हेलो एवरीवन, वेलकम टू द चैनल। सो अज आप गल करांगे बैक्टीरियल सैल बारे। ਹੁਣ तक आप मोनेरा किंगडम ਦੇ ਵਿੱਚ ਪੜ੍ਹਿਆ कि बैक्टीरिया की न्यूट्रीशन किस तरीके की ਹੁੰਦੀ ਹੈਗੀ ਆ ਔਰ ਉਹ ਕਿਹੜੇ-ਕਿਹੜੇ ਸ਼ੇਪ ਦੇ ਵਿੱਚ ਹੁੰਦੇ ਆ बैक्टीरिया। ਅੱਜ ਆਪਾਂ ਜਿਹੜਾ बैक्टीरियल ਸੈੱਲ ਹੁੰਦਾ ਉਹਦੇ ਸਟਰਕਚਰ ਬਾਰੇ ਪੜਾਂਗੇ ਔਰ ਹਰ ਇੱਕ ਪਾਰਟ ਦਾ ਫੰਕਸ਼ਨ ਕੀ ਹੁੰਦਾ ਉਹਦੇ ਬਾਰੇ ਡਿਟੇਲ 'ਚ ਸਟੱਡੀ ਕਰਾਂਗੇ। ਸੋ ਸਟਾਰਟ ਕਰਦੇ ਹਾਂ। ਜਿਹੜਾ बैक्टीरिया ਹੁੰਦਾ ਹੈਗਾ ਆ, ਇਹਦੀਆਂ ਨਾ ਵੋਲਸ ਹੁੰਦੀਆਂ ਹੈਗੀਆਂ ਆ। ਜਿੱਦਾਂ ਇਹਨਾਂ ਦੀ ਬੈਕਟੀਰੀਅਲ ਸੈੱਲ ਦੀ ਆਪਾਂ ਨੂੰ ਮੇਨ ਗੱਲ ਤਾਂ ਇਹ ਪਤਾ ਹੈਗੀ ਆ ਕਿ ਇਹਨਾਂ ਦੇ ਵਿੱਚ ਜਿਹੜਾ ਨਿਊਕਲੀਅਰ ਐਨਵਲਪ ਜਾਂ ਨਿਊਕਲੀਅਰ ਮੈਮਬ੍ਰੇਨ ਪ੍ਰੈਜ਼ੈਂਟ ਨਹੀਂ ਹੁੰਦੀ, ਜੈਨੇਟਿਕ ਮਟੀਰੀਅਲ ਇੱਦਾਂ ਹੀ ਪ੍ਰੈਜ਼ੈਂਟ ਹੁੰਦਾ ਹੈਗਾ ਸਾਈਟੋਪਲਾਜ਼ਮ ਦੇ ਅੰਦਰ ਸੈੱਲ ਦੇ। ਸੋ ਪਹਿਲਾਂ ਸਟਾਰਟ ਕਰਦੇ ਹੈਗੇ ਆ ਸੈੱਲ ਵਾਲ ਤੋਂ, ਕਿ ਜਿਹੜਾ ਬੈਕਟੀਰੀਅਲ ਸੈੱਲ ਹੁੰਦਾ ਇਹਨਾਂ ਦੀਆਂ ਲੇਅਰਸ ਪ੍ਰੈਜ਼ੈਂਟ ਹੁੰਦੀਆਂ ਹੈਗੀਆਂ ਵਾ। ਇਹਨਾਂ ਨੂੰ ਅਸੀਂ ਕੀ ਕਹਿ ਦਿੰਦੇ ਹੈਗੇ ਆ, ਸੈੱਲ ਵਾਲ ਹੁੰਦੀ ਹੈਗੀ ਆ, ਪਲਾਜ਼ਮਾ ਮੈਮਬ੍ਰੇਨ ਹੁੰਦੀ ਜਾਂ ਸੈੱਲ ਮੈਮਬ੍ਰੇਨ ਕਹਿ ਸਕਦੇ ਹੈਗੇ ਆ। ਠੀਕ ਹੈ। ਇਸ ਤੋਂ ਬਾਹਰ ਵਾਲੀ ਸਾਈਡ 'ਤੇ ਇੱਕ ਟਫ ਲੇਅਰ ਪ੍ਰੈਜ਼ੈਂਟ ਹੁੰਦੀ ਹੈਗੀ, ਇੱਕ ਹੋਰ ਐਕਸਟਰਾ ਲੇਅਰ ਪ੍ਰੈਜ਼ੈਂਟ ਹੁੰਦੀ ਹੈਗੀ ਆ। ਕੁਛ ਇਹਦੇ ਵਿੱਚ ਛੋਟੇ ਛੋਟੇ ਪ੍ਰੈਜ਼ੈਂਟ ਹੁੰਦੇ ਹੈਗੇ ਹੇਅਰ ਟਾਈਪ ਸਟਰਕਚਰ, ਇਹਨੂੰ ਆਪਾਂ ਬੋਲ ਦਿੰਦੇ ਹੈਗੇ ਸੀਲੀਆ। ਜਿਹੜੇ ਲੌਂਗ ਸਟਰਕਚਰ ਹੁੰਦੇ ਹੈਗੇ ਇਹਨੂੰ ਅਸੀਂ ਫਲੈਜਲਾ ਕਹਿ ਦਿੰਦੇ ਹੈਗੇ ਆ। ਇਹਨਾਂ ਦੇ ਅੰਦਰ ਹੁਣ ਜਿਹੜਾ ਇਹ ਵਾਲਾ ਪ੍ਰੈਜ਼ੈਂਟ ਹੈਗਾ ਇਹਨੂੰ ਅਸੀਂ ਕਹਿ ਦਿੰਦੇ ਹੈਗੇ ਆ ਕਿ ਇਹਦਾ ਜੈਨੇਟਿਕ ਮਟੀਰੀਅਲ ਹੈਗਾ ਆ, ਇਹਦਾ DNA ਪ੍ਰੈਜ਼ੈਂਟ ਹੈਗਾ ਆ। ਕੁਛ RNAs ਵੀ ਪ੍ਰੈਜ਼ੈਂਟ ਹੁੰਦੇ ਆ, ਕਿਉਂਕਿ RNAs ਦੇ ਨਾਲ ਮਿਲ ਕੇ ਹੀ ਪ੍ਰੋਟੀਨ ਬਣਨਾ ਹੁੰਦਾ ਹੈਗਾ। ਸੋ ਪ੍ਰੋਟੀਨ ਫਾਰਮੇਸ਼ਨ ਦੇ ਲਈ ਜਦੋਂ RNA ਦੇ ਨਾਲ ਰਾਈਬੋਸੋਮਸ ਪ੍ਰੈਜ਼ੈਂਟ ਹੁੰਦੇ ਉਹ ਇਹਦੇ ਵਿੱਚ ਦਿਖਾਇਆ ਹੋਇਆ। ਕੁਛ ਗ੍ਰੈਨਿਊਲਸ ਪ੍ਰੈਜ਼ੈਂਟ ਹੁੰਦੇ ਹੈਗੇ ਆ ਇਹਦੇ ਵਿੱਚ ਮੀਜ਼ੋਜ਼ੋਮਸ ਪ੍ਰੈਜ਼ੈਂਟ ਹੁੰਦੇ ਹੈਗੇ ਆ, ਕੁਛ ਪਲਾਜ਼ਮਿਡਸ ਪ੍ਰੈਜ਼ੈਂਟ ਹੁੰਦੇ ਹੈਗੇ ਆ। ਠੀਕ ਹੈ। ਕ੍ਰੋਮੈਟੋ ਫੋਰਸ ਪ੍ਰੈਜ਼ੈਂਟ ਹੁੰਦੇ ਹੈਗੇ ਆ। ਸੋ ਪਹਿਲਾਂ ਆਪਣਾ ਡਾਇਗਰਾਮ ਦੇਖਦੇ ਹੈਗੇ ਆ। ਬੈਕਟੀਰੀਅਲ ਸੈੱਲ ਦਾ ਡਾਇਗਰਾਮ ਇਹਦੇ ਵਿੱਚ ਕੀ ਦੱਸਿਆ ਹੋਇਆ, ਇਹਦੀਆਂ ਸਾਰੀਆਂ ਲੇਅਰਸ ਦੱਸੀਆਂ ਹੋਈਆਂ। ਜਿੱਦਾਂ ਸਭ ਤੋਂ ਅੰਦਰ ਵਾਲੀ ਲੇਅਰ ਹੈ ਪਲਾਜ਼ਮਾ ਮੈਮਬ੍ਰੇਨ ਇਹਨੂੰ ਕਿਹਾ ਜਾਂਦਾ, ਉਸ ਤੋਂ ਬਾਹਰ ਵਾਲੀ ਲੇਅਰ ਨੂੰ ਅਸੀਂ ਬੋਲਦੇ ਹੈਗੇ ਆ ਪਲਾਜ਼ਮਾ ਮੈਮਬ੍ਰੇਨ, ਸੌਰੀ ਸੈੱਲ ਵਾਲ ਬੋਲਦੇ ਹੈਗੇ ਆ। ਸੈੱਲ ਵਾਲ ਤੋਂ ਬਾਹਰ ਜਿਹੜੀ ਇੱਕ ਹੋਰ ਲੇਅਰ ਹੁੰਦੀ ਹੈਗੀ ਆ, ਇਹ ਜਿਹੜੀ ਲੇਅਰ ਹੁੰਦੀ ਹੈਗੀ ਆ ਇਹਨੂੰ ਟਫ ਬਣਾਉਂਦੀ ਹੈਗੀ ਆ, ਇਹਨੂੰ ਪ੍ਰੋਟੈਕਸ਼ਨ ਪ੍ਰੋਵਾਈਡ ਕਰਦੀ ਆ। ਸੋ ਇਹ ਗਲਾਈਕੋਕੇਲੈਕਸ ਦੀ ਬਣੀ ਹੁੰਦੀ ਆ। ਅਗਰ ਤਾਂ ਇਹ ਟਫ ਲੇਅਰ ਹੈਗੀ ਜਿਹੜੀ ਬਾਹਰ ਵਾਲੀ ਇਸ ਤਰੀਕੇ ਨਾਲ ਲੇਅਰ ਬਣੀ ਹੋਈ ਆ ਇਹਨੂੰ ਅਸੀਂ ਬੋਲ ਦਿੰਦੇ ਹਾਂ ਟਫ ਲੇਅਰ। ਅਗਰ ਟਫ ਹੈਗੀ ਤਾਂ ਕੈਪਸੂਲ ਕਵਾਂਗੇ, ਅਗਰ ਲੂਜ਼ ਲੇਅਰ ਹੈਗੀ ਆ ਤਾਂ ਇਹ ਸਲਾਈਮ ਲੇਅਰ ਬਣ ਜਾਏਗੀ। ਠੀਕ ਹੈ। ਉਸ ਤੋਂ ਬਾਅਦ ਹੈ ਇਹਦੇ ਵਿੱਚ ਜਿਹੜੇ ਲਾਈਕ ਇਹ ਵਾਲੇ ਅਟੈਚ ਹੈਗੇ ਆ ਲੌਂਗ, ਇਹਨਾਂ ਨੂੰ ਬੋਲਦੇ ਫਲੈਜਲਾ, ਜਿਹਦੇ ਕਰਕੇ ਕਿ ਜਿਹੜਾ ਬੈਕਟੀਰੀਅਲ ਸੈੱਲ ਹੈਗਾ ਇਹ ਮੂਵ ਕਰ ਪਾਉਂਦਾ। ਛੋਟੇ ਛੋਟੇ ਜਿਹੜੇ ਹੈਗੇ ਆ ਪ੍ਰੈਜ਼ੈਂਟ, ਇਹ ਵੀ ਸੀਲੀਆ ਪ੍ਰੈਜ਼ੈਂਟ ਹੈਗੀ, ਹੇਅਰ ਟਾਈਪ ਸਟਰਕਚਰ ਹੁੰਦਾ ਜਿਹੜਾ ਕਿ ਸੈੱਲ ਨੂੰ ਮੂਵ ਕਰਨ ਦੇ ਵਿੱਚ ਹੈਲਪ ਕਰਦਾ ਹੈਗਾ। ਫਿੰਬਰੀਆ ਵੀ ਹੁੰਦੇ ਆ ਔਰ ਸੀਲੀਆ ਵੀ ਪ੍ਰੈਜ਼ੈਂਟ ਹੁੰਦਾ, ਜਿਹੜਾ ਕਿ ਆਸ-ਪਾਸ ਜਿਹੜਾ ਫੂਡ ਆ ਇਹਦੇ ਉਹਨੂੰ ਉਹ ਕੈਪਚਰ ਕਰਨ ਦੇ ਕੰਮ ਆਉਂਦਾ ਹੈਗਾ। ਨੈਕਸਟ ਇਹਨਾਂ ਦੇ ਵਿੱਚ ਜਿਹੜੀ ਇਹ ਅੰਦਰ ਵਾਲੀ ਲੇਅਰ ਹੈਗੀ ਆ ਇਹਦੇ ਨਾਲ ਜਿਹੜਾ ਇਸ ਤਰੀਕੇ ਨਾਲ ਫੋਲਡਿੰਗ ਜੀ ਬਣੀ ਹੁੰਦੀ ਹੈਗੀ ਆ, ਉਸ ਫੋਲਡਿੰਗ ਨੂੰ ਅਸੀਂ ਕਹਿੰਦੇ ਆ ਮੀਜ਼ੋਜ਼ੋਮ। ਮੀਜ਼ੋਜ਼ੋਮ ਬੈਕਟੀਰੀਅਲ ਸੈੱਲ ਦੀ ਰੈਸਪੀਰੇਸ਼ਨ ਦੇ ਵੀ ਕੰਮ ਆਉਂਦਾ, ਔਰ ਜਦੋਂ ਇਹ DNA ਜਿਹੜਾ ਹੁੰਦਾ ਆ ਇਹ ਅੱਗੇ ਰੈਪਲੀਕੇਸ਼ਨ ਕਰਦਾ ਆ ਔਰ ਆਪਣੇ ਨਵੇਂ ਸੈੱਲਸ ਦੇ ਵਿੱਚ ਜਦੋਂ ਜਾਂਦਾ ਨਾ ਆਪਣੀ ਕਾਪੀਜ਼ ਬਣਾਉਂਦਾ ਤਾਂ ਇਹ ਮੀਜ਼ੋਜ਼ੋਮ ਦੇ ਨਾਲ ਅਟੈਚ ਹੋ ਜਾਂਦਾ ਆ। ਇਸ ਤੋਂ ਇਲਾਵਾ ਹੈ ਕਿ ਹੋਰ ਥੋੜ੍ਹੇ ਇੱਕ ਪਾਰਟ ਹੁੰਦੇ ਹੈਗੇ ਜਿਹੜੇ ਕਿ ਇਹਨਾਂ ਲੇਅਰਸ ਦੇ ਨਾਲ ਅਟੈਚ ਹੁੰਦੇ ਹੈਗੇ ਆ। ਹੁਣ ਇਹ ਜਿਹੜੇ ਏਰੀਆਜ਼ ਹੁੰਦੇ, ਜਿਹੜੀਆਂ ਕੈਵਿਟੀਜ਼ ਹੁੰਦੀਆਂ, ਇਹਨਾਂ ਦੇ ਵਿੱਚ ਕਲੋਰੋਫਿਲ ਪ੍ਰੈਜ਼ੈਂਟ ਹੁੰਦਾ ਆ, ਜਿਹੜਾ ਕਿ ਅਗਰ ਤਾਂ ਬੈਕਟੀਰੀਆ ਫੋਟੋਸਿੰਥੈਟਿਕ ਹੈ, ਫੋਟੋਸਿੰਥੇਸਿਸ ਕਰ ਸਕਦਾ, ਤਾਂ ਉਹਦੀ ਕਲੋਰੋਫਿਲ ਇਹਨਾਂ ਸਪੇਸਿਸ ਦੇ ਵਿੱਚ ਇਹਨਾਂ ਏਰੀਆਜ਼ 'ਚ ਪ੍ਰੈਜ਼ੈਂਟ ਹੁੰਦੀ ਹੈਗੀ ਤਾਂ ਕਿ ਉਹ ਫੋਟੋਸਿੰਥੇਸਿਸ ਕਰ ਸਕੇ। ਉਹਨੂੰ ਬੋਲਦੇ ਆ ਕ੍ਰੋਮੈਟੋਫੋਰ ਬੋਲ ਦਿੰਦੇ ਹੈਗੇ ਆ। ਨੈਕਸਟ ਹੈ ਕਿ ਇਹਨਾਂ ਦੇ ਵਿੱਚ ਹੋਰ ਕੁਛ ਐਕਸਟਰਾ ਪਾਰਟ ਹੁੰਦੇ ਹੈਗੇ ਆ, ਉਹਨਾਂ ਨੂੰ ਅਸੀਂ ਬੋਲ ਦਿੰਦੇ ਹਾਂ ਕਿ ਇਨਕਲੂਜਨ ਬੋਡੀਜ਼ ਹੈਗੀਆਂ। ਇਹ ਕੀ ਹੈਗੀਆਂ ਆ? ਇਨਕਲੂਜਨ ਬੋਡੀਜ਼ ਪ੍ਰੈਜ਼ੈਂਟ ਹੁੰਦੀਆਂ ਹੈਗੀਆਂ। ਠੀਕ ਹੈ। ਫਿਰ ਹੈ ਕਿ ਇਹਨਾਂ ਦੇ ਵਿੱਚ ਮੇਨਲੀ ਜਿਹੜਾ ਇਹ ਵਾਲਾ ਏਰੀਆ ਹੈ ਇਹਦੇ ਵਿੱਚ ਕੀ ਆ, ਹੁਣ ਇਹ DNA ਪ੍ਰੈਜ਼ੈਂਟ ਹੈਗਾ ਆ। ਠੀਕ ਹੈ। ਇਹਨੂੰ ਅਸੀਂ ਕੀ ਕਹਿੰਦੇ ਹਾਂ ਕਿ ਇਹ DNA ਆ। DNA ਦੇ ਆਸ-ਪਾਸ ਜਿਹੜਾ ਐਕਸਟਰਾ ਕ੍ਰੋਮੋਜ਼ੋਮਲ ਮਟੀਰੀਅਲ ਹੁੰਦਾ ਇਹਨੂੰ ਅਸੀਂ ਪਲਾਜ਼ਮਿਡ ਬੋਲ ਦਿੰਦੇ ਹਾਂ। ਮਤਲਬ ਨੋਨ ਇਸੈਂਸ਼ੀਅਲ ਹੁੰਦਾ, ਇੰਨਾ ਵੀ ਕੁਝ ਖਾਸ ਜ਼ਰੂਰੀ ਨਹੀਂ ਹੁੰਦਾ ਹੈਗਾ ਇਹ। ਠੀਕ ਹੈ। ਉਸ ਤੋਂ ਬਾਅਦ ਹੈ ਇਹ ਸਿੰਗਲ ਕ੍ਰੋਮੋਜ਼ੋਮ ਹੈ, ਸਿੰਗਲ ਸਰਕੂਲਰ ਕ੍ਰੋਮੋਜ਼ੋਮ, ਜਿਹਦੇ ਵਿੱਚ ਕਿ DNA ਵਗੈਰਾ ਪ੍ਰੈਜ਼ੈਂਟ ਹੁੰਦਾ ਆ। ਇਹ ਪਲਾਜ਼ਮਿਡ ਪਾਰਟ ਪ੍ਰੈਜ਼ੈਂਟ ਹੈਗਾ। ਇਹਦੇ ਵਿੱਚ ਕੁਝ ਰਾਈਬੋਜ਼ੋਮਸ ਪ੍ਰੈਜ਼ੈਂਟ ਹੁੰਦੇ ਹੈਗੇ ਆ। ਇਹ ਜਿਹੜੇ ਰਾਈਬੋਜ਼ੋਮਸ ਹੁੰਦੇ ਆ ਨਾ,
ਇਹਨਾਂ ਰਾਈਬੋਸੋਮਸ ਦੇ ਕਰਕੇ ਪ੍ਰੋਟੀਨ ਫਾਰਮੇਸ਼ਨ ਹੁੰਦੀ ਹੈਗੀ ਆ। ਹੁਣ ਆਪਾਂ ਜਿਹੜੀ ਇਨਕਲੂਜਨ ਬੋਡੀਜ਼, ਇਹ ਵਾਲੀਆਂ ਇਨਕਲੂਜਨ ਬੋਡੀਜ਼ ਹੁੰਦੀਆਂ, ਇਹ ਇਨਕਲੂਜਨ ਬੋਡੀਜ਼ ਦੇ ਵਿੱਚ ਗ੍ਰੈਨਿਊਲਸ ਹੁੰਦੇ, ਫੋਸਫੋਰਸ ਦੇ ਗ੍ਰੈਨਿਊਲਸ ਹੋ ਗਏ ਜਾਂ ਸਟਾਰਚ ਦੇ ਗ੍ਰੈਨਿਊਲਸ ਹੋ ਗਏ, ਜਿਹੜੇ ਕਿ ਫੂਡ ਨੂੰ ਸਟੋਰ ਕਰਕੇ ਰੱਖਦੇ ਆ ਬੈਕਟੀਰੀਅਲ ਸੈੱਲ ਦੇ ਵਿੱਚ, ਤਾਂ ਕਿ ਜ਼ਰੂਰਤ ਜਦੋਂ ਪਏ ਪਲਾਂਟ ਨੂੰ, ਸੌਰੀ ਬੈਕਟੀਰੀਆ ਨੂੰ, ਤਾਂ ਉਦੋਂ ਇਹ ਫੂਡ ਪ੍ਰੋਵਾਈਡ ਕਰ ਸਕਣ ਉਹਨਾਂ ਨੂੰ। ਠੀਕ ਹੈ, ਉਸ ਤੋਂ ਬਾਅਦ ਹੈ ਇਹਨਾਂ ਦੇ ਵਿੱਚ ਹੋਰ ਕੀ ਪ੍ਰੈਜ਼ੈਂਟ ਹੁੰਦਾ, ਪੋਲੀਜ਼ੋਮਸ, ਜਿਹੜਾ ਇਹ ਵਾਲਾ ਪਾਰਟ, ਆਹ ਵਾਲਾ ਪਾਰਟ ਦਿਖਾਇਆ ਹੋਇਆ ਨਾ ਇਸ ਤਰੀਕੇ ਨਾਲ, RNA ਪ੍ਰੈਜ਼ੈਂਟ ਹੁੰਦਾ। ਹੁਣ ਪ੍ਰੋਟੀਨ ਫਾਰਮੇਸ਼ਨ ਦੇ ਲਈ RNA ਵੀ ਤਾਂ ਜ਼ਰੂਰੀ ਆ। RNA ਦੇ ਉੱਤੇ ਰਾਈਬੋਸੋਮਸ ਪ੍ਰੈਜ਼ੈਂਟ ਹੁੰਦੇ ਆ। ਇੱਕ ਰਾਈਬੋਸੋਮ ਦੇ ਨਾਲ ਕੰਮ ਨਹੀਂ ਚੱਲਦਾ, ਟਰਾਂਸਕ੍ਰਿਪਸ਼ਨ ਦੀ ਪ੍ਰੋਸੈਸ ਹੁੰਦੀ ਹੈ ਨਾ, ਜਿਹਦੇ ਕਰਕੇ ਪ੍ਰੋਟੀਨ ਫਾਰਮ ਹੁੰਦਾ ਆ। ਸੋ ਇਹਦੇ ਵਿੱਚ ਬਹੁਤ ਸਾਰੇ ਰਾਈਬੋਸੋਮਸ ਇਸ RNA ਦੇ ਉੱਪਰ ਅਟੈਚ ਹੁੰਦੇ ਹੈਗੇ ਆ। ਇਹਨਾਂ ਨੂੰ ਅਸੀਂ ਬੋਲ ਦਿੰਦੇ ਹਾਂ ਪੋਲੀਜ਼ੋਮਸ ਬੋਲ ਦਿੰਦੇ ਹੈਗੇ ਆ। ਠੀਕ ਹੈ, ਪੋਲੀਜ਼ੋਮਸ। ਹੁਣ ਜਿਹੜੀ ਅਸੀਂ ਗੱਲ ਕੀਤੀ ਕਿ ਗਲਾਈਕੋਕੇਲੈਕਸ ਦੀ ਲੇਅਰ ਬਣੀ ਹੁੰਦੀ, ਸੈੱਲ ਮੈਮਬਰੇਨ, ਸੈੱਲ ਵਾਲ ਪ੍ਰੈਜ਼ੈਂਟ ਹੁੰਦੀ ਹੈਗੀ ਆ, ਹੈ ਨਾ, ਇਹਨਾਂ ਸਭ ਨੂੰ ਅਸੀਂ ਕੀ ਬੋਲਦੇ ਹਾਂ, ਸੈੱਲ ਐਨਵੈਲਪ ਕਹਿ ਦਿੰਦੇ ਹੈਗੇ ਆ। ਠੀਕ ਹੈ, ਸੋ ਇਹ ਜਿਹੜੇ ਪਾਰਟ ਹੁੰਦੇ ਆ, ਇਹ ਸਭ ਬੈਕਟੀਰੀਅਲ ਸੈੱਲ ਦੇ ਪਾਰਟ ਦੱਸੇ ਹੋਏ ਹੈਗੇ ਆ। ਠੀਕ ਹੈ, ਹੁਣ ਅਗਰ ਆਪਾਂ ਫਲੈਜਲਾ ਦੀ ਗੱਲ ਕਰੀਏ ਤਾਂ ਫਲੈਜਲਾ ਜਿਹੜੇ ਹੈਗੇ ਉਹਦੇ ਬੇਸਿਸ 'ਤੇ ਜਿਹੜੇ ਬੈਕਟੀਰੀਆ ਉਹ ਅਲੱਗ-ਅਲੱਗ ਟਾਈਪ ਦੇ ਹੁੰਦੇ ਆ। ਹੁਣ ਅਗਰ ਤਾਂ ਜਿਹੜਾ ਬੈਕਟੀਰੀਅਲ ਸੈੱਲ ਹੈ ਉਹਦੇ ਇੱਕ ਸਾਈਡ 'ਤੇ ਹੀ ਦਾ ਫਲੈਜਲਾਸ ਪ੍ਰੈਜ਼ੈਂਟ ਆ, ਉਹਨੂੰ ਸਿਫੈਲੋ ਟ੍ਰਿਕਸ ਬੋਲ ਦਿੰਦੇ ਆ, ਸਿਫੈਲੋ ਟ੍ਰਿਕਸ ਬੈਕਟੀਰੀਆ। ਅਗਰ ਤਾਂ ਬੈਕਟੀਰੀਆ ਦੇ ਵਿੱਚ ਸੀਲੀਆ ਜਿਹੜਾ ਹੈਗਾ ਉਹ ਸੈੱਲ ਦੇ ਦੋਨੋਂ ਸਾਈਡਸ 'ਤੇ ਇਸ ਤਰੀਕੇ ਨਾਲ ਫਲੈਜਲਾ ਪ੍ਰੈਜ਼ੈਂਟ ਆ, ਉਹਨੂੰ ਐਮਫੀਟ੍ਰਿਕਸ ਕਹਿ ਦਿੰਦੇ ਆ। ਅਗਰ ਫਲੈਜਲਾ ਹੈ ਹੀ ਨਹੀਂ ਤਾਂ ਐਟ੍ਰਿਕਸ ਬੋਲ ਦਿੰਦੇ ਆ। ਔਰ ਅਗਰ ਫਲੈਜਲਾ ਪੂਰੇ ਬੈਕਟੀਰੀਅਲ ਸੈੱਲ ਦੇ ਆਸ-ਪਾਸ ਪ੍ਰੈਜ਼ੈਂਟ ਆ ਤਾਂ ਉਹਨੂੰ ਅਸੀਂ ਪੈਰੀਟ੍ਰਿਕਸ ਕਹਿ ਦਿੰਦੇ ਹੈਗੇ ਆ। ਠੀਕ ਹੈ, ਸੋ ਫਲੈਜਲਾ ਦੇ ਬੇਸਿਸ 'ਤੇ ਇਹ ਟਾਈਪਸ ਦੱਸੇ ਹੋਏ ਆ ਬੈਕਟੀਰੀਅਲ ਸੈੱਲ ਦੇ। ਹੁਣ ਇੱਕ ਵਾਰ ਜਿਹੜਾ ਮੇਨ ਡਾਇਗਰਾਮ ਹੈਗਾ ਆ ਉਹਦੇ ਉੱਤੇ ਚੱਲਦੇ ਆ। ਉਹਦੇ ਵਿੱਚ ਹੂਕ ਔਰ ਪੀਲਾ, ਇਹਨਾਂ ਪਾਰਟਸ ਬਾਰੇ ਵੀ ਦੱਸਿਆ ਹੋਇਆ, ਜਿਹੜਾ ਕਿ ਅੱਗੇ ਅਸੀਂ ਥੋੜ੍ਹੇ ਪੜ੍ਹਨਾ ਹੈਗਾ ਡਿਟੇਲ ਦੇ ਵਿੱਚ। ਸੈੱਲ ਵਾਲ ਬਣੀ ਹੋਈ ਹੈ, ਮਿਡ ਵਾਲੀ ਜਿਹੜੀ ਹੈ ਇਹ ਸੈੱਲ ਵਾਲ ਹੈ। ਜਿਹੜਾ ਅੰਦਰ ਵਾਲਾ ਪਾਰਟ ਹੈ, ਅੰਦਰ ਵਾਲੇ ਪਾਰਟ ਨੂੰ ਅਸੀਂ ਪਲਾਜ਼ਮਾ ਮੈਮਬ੍ਰੇਨ ਕਹਿ ਦਿੰਦੇ ਹੈਗੇ ਆ। ਬਾਹਰ ਵਾਲੀ ਲੇਅਰ ਜਿਹੜੀ ਹੈਗੀ ਆ ਇਹ ਗਲਾਈਕੋਕੇਲੈਕਸ ਦੀ ਬਣੀ ਹੁੰਦੀ ਹੈਗੀ ਆ। ਠੀਕ ਹੈ, ਔਰ ਇਹਦੇ ਵਿੱਚ ਗਲਾਈਕੋਜਨ ਵੀ ਕੁਛ ਹੱਦ ਤੱਕ ਸਟੋਰ ਹੈ। ਠੀਕ ਹੈ, ਲਿਪਿਡ ਗਲੋਬਿਊਲਸ ਪ੍ਰੈਜ਼ੈਂਟ ਹੈਗੇ ਆ, ਜਿਹੜੇ ਫੈਟ ਗਲੋਬਿਊਲਸ ਪ੍ਰੈਜ਼ੈਂਟ ਹੁੰਦੇ ਹੈਗੇ ਆ। ਠੀਕ ਹੈ, ਇਸ ਦੇ ਨਾਲ ਹੋਰ ਹੈ RNA ਬਣਿਆ ਹੋਇਆ ਹੈ। ਪੋਲੀਰਾਈਬੋਸੋਮਸ ਪ੍ਰੈਜ਼ੈਂਟ ਹੁੰਦੇ, ਆਪਾਂ ਇਹ ਵੀ ਪੜ੍ਹੇ ਆ। ਕੁਛ ਰਾਈਬੋਸੋਮਸ ਛੋਟੇ ਛੋਟੇ ਗ੍ਰੈਨਿਊਲਸ ਦੀ ਫਾਰਮ 'ਚ ਪ੍ਰੈਜ਼ੈਂਟ ਹੈਗੇ ਆ, ਰਾਈਬੋਸੋਮਸ ਹੋ ਗਏ। ਇਸ ਤੋਂ ਬਾਅਦ ਹੈ ਰੈਸਪੀਰੇਟਰੀ ਐਨਜ਼ਾਈਮਸ, ਜਿਹੜੇ ਆਪਾਂ ਇਸ ਤਰੀਕੇ ਨਾਲ ਬਣਾਏ ਨਾ ਕਿ ਇਸ ਤਰੀਕੇ ਨਾਲ ਬਾਲਸ ਦੇ ਨਾਲ ਅਟੈਚ ਹੁੰਦੇ ਹੈਗੇ ਆ, ਉਹ ਰੈਸਪੀਰੇਟਰੀ ਐਨਜ਼ਾਈਮ ਇਹਦੇ ਵਿੱਚ ਪ੍ਰੈਜ਼ੈਂਟ ਹੁੰਦੇ ਮੀਜ਼ੋਜ਼ੋਮ ਦੇ ਵਿੱਚ। ਨੈਕਸਟ ਹੈ ਪਿਲਸ ਜਿਹੜਾ ਫਿੰਬਰੀਆ ਪਾਰਟ ਹੁੰਦਾ ਹੈਗਾ, ਇਹ ਅੱਗੇ ਨਾ ਬੈਕਟੀਰੀਆ ਅਗਰ ਰਿਪਰੋਡਕਸ਼ਨ ਨਹੀਂ ਕਰ ਪਾਉਂਦਾ ਹੈਗਾ, ਸੈਕਸ਼ੂਅਲ ਰਿਪਰੋਡਕਸ਼ਨ ਤਾਂ ਨਹੀਂ ਕਰ ਸਕਦਾ ਬੈਕਟੀਰੀਆ, ਬਟ ਅਗਰ ਇਹਨੇ ਆਪਣੇ ਜੈਨੇਟਿਕ ਮਟੀਰੀਅਲ ਨੂੰ, ਆਪਣੇ ਜੈਨੇਟਿਕ ਮੇਕਅਪ ਨੂੰ ਕਿਸੇ ਦੂਸਰੇ ਬੈਕਟੀਰੀਆ ਦੇ ਅੰਦਰ ਇੰਟਰੋਡਿਊਸ ਕਰਵਾਉਣਾ ਹੈਗਾ, ਉਹਦੇ ਲਈ ਇਹ ਪਿਲਸ ਨੂੰ ਯੂਜ਼ ਕਰਦਾ ਹੈ। ਠੀਕ ਹੈ, ਫਿਰ ਹੈ ਕਿ ਹੁਣ ਜਿਹੜਾ ਫਲੈਜਲਾ ਹੈ, ਜਿਹੜੇ ਬਣੇ ਹੋਏ ਆ ਲਾਰਜ ਮੂਵਿੰਗ ਪਾਰਟ ਬਣੇ ਹੋਏ ਆ, ਇਹਨਾਂ ਨੂੰ ਅਸੀਂ ਬੋਲਦੇ ਫਲੈਜਲਾ। ਠੀਕ ਹੈ, ਜਿਹੜਾ ਫਲੈਜਲਾ ਹੈ ਇਹਦੇ 3 ਪਾਰਟ ਹੁੰਦੇ ਹੈਗੇ ਆ। ਫਿਲਾਮੈਂਟ, ਜਿਹੜੀ ਲੌਂਗ ਵਾਲੀ ਟਿਊਬ ਹੈ, ਇਹ ਹੈ ਫਿਲਾਮੈਂਟ। ਜਿਹੜਾ ਪਾਰਟ ਸੈੱਲ ਦੇ ਅੰਦਰ ਐਂਟਰ ਕਰਦਾ, ਬੈਕਟੀਰੀਅਲ ਸੈੱਲ ਦੇ ਅੰਦਰ, ਉਹਨੂੰ ਬੋਲਿਆ ਜਾਂਦਾ ਹੂਕ। ਔਰ ਜਿਹਦੇ ਨਾਲ ਉਹ ਬੇਸ ਦੇ ਨਾਲ ਅਟੈਚ ਹੁੰਦਾ ਹੈਗਾ ਆ, ਉਹਨੂੰ ਅਸੀਂ ਬੋਲਦੇ ਬੇਜ਼ਲ ਬੋਡੀ। ਇਹ 3 ਪਾਰਟ ਪ੍ਰੈਜ਼ੈਂਟ ਹੁੰਦੇ ਹੈਗੇ ਆ, ਵਿੱਚ ਪੂਰਾ ਸਾਈਟੋਪਲਾਜ਼ਮ ਪ੍ਰੈਜ਼ੈਂਟ ਹੈਗਾ ਪੂਰੇ ਸੈੱਲ ਦੇ ਅੰਦਰ। ਠੀਕ ਹੈ, ਇਹਦੇ ਨਾਲ ਜਿਹੜੀ ਬਾਹਰ ਵਾਲੀ ਲੇਅਰ ਹੈਗੀ ਆ ਗਲਾਈਕੋਕੇਲੈਕਸ ਦੇ ਨਾਲ ਮਿਊਸਿਲੇਜ ਦੀ ਲੇਅਰ ਪ੍ਰੈਜ਼ੈਂਟ ਹੁੰਦੀ ਹੈਗੀ ਆ। ਇਹ ਹਾਰਡ ਲੇਅਰ ਹੁੰਦੀ ਹੈਗੀ ਜਿਹੜੀ ਬੈਕਟੀਰੀਅਲ ਸੈੱਲ ਨੂੰ ਕਿਸੇ ਵੀ ਕੰਡੀਸ਼ਨ ਤੋਂ ਬਚਾਉਂਦੀ, ਅਨਫੇਵਰੇਬਲ ਕੰਡੀਸ਼ਨ 'ਚ ਬਚਾਉਂਦੀ ਹੈਗੀ ਆ। ਪਲਾਜ਼ਮਾ ਮੈਮਬ੍ਰੇਨ ਦੇ ਨਾਲ ਮੀਜ਼ੋਜ਼ੋਮਸ ਅਟੈਚ ਹੁੰਦੇ ਹੈਗੇ ਆ, ਹੈ ਨਾ। ਇਸ ਤੋਂ ਇਲਾਵਾ ਹੈ ਨਿਊਕਲੀਅਰ ਬੋਡੀ, ਨਿਊਕਲੀਓਇਡ। ਹੁਣ ਨਿਊਕਲੀਅਸ ਜਿਹੜਾ ਹੈਗਾ ਉਹ ਤਾਂ ਨਹੀਂ ਪ੍ਰੈਜ਼ੈਂਟ ਹੈ, ਬਟ ਜਿਹੜਾ ਕ੍ਰੋਮੋਜ਼ੋਮ ਹੈ ਉਹ ਇੱਦਾਂ ਹੀ ਮੀਜ਼ੋਜ਼ੋਮ ਦੇ ਨਾਲ ਅਟੈਚ ਆ, ਉਹਨੂੰ ਅਸੀਂ ਨਿਊਕਲੀਅਰ ਬੋਡੀ ਜਾਂ ਨਿਊਕਲੀਓਇਡ ਕਹਿ ਦਿੰਦੇ ਹੈਗੇ ਆ। ਠੀਕ ਹੈ, ਸੋ ਇਹ ਜਿਹੜੇ ਸਾਰੇ ਪਾਰਟਸ ਹੈਗੇ ਆ ਇਹ ਬੈਕਟੀਰੀਅਲ ਸੈੱਲ ਦੇ ਆ। ਸੋ ਬੈਕਟੀਰੀਅਲ ਸੈੱਲ ਦਾ ਸਟਰਕਚਰ ਕਰਨ ਤੋਂ ਬਾਅਦ ਆਪਾਂ ਇਹਨਾਂ ਦੀ ਰੀਪਰੋਡਕਸ਼ਨ ਬਾਰੇ ਨੈਕਸਟ ਕਰਦੇ ਹੈਗੇ ਆ।
ਪਿਛਲੀ ਵੀਡੀਓ ਦੇ ਵਿੱਚ ਆਪਾਂ ਗੱਲ ਕੀਤੀ ਸੀ ਕਿ ਆਕਸੀਜਨਿਕ ਔਰ ਐਨਆਕਸੀਜਨਿਕ ਬੈਕਟੀਰੀਆ ਹੁੰਦੇ ਹੈਗੇ ਆ ਫੋਟੋਸਿੰਥੇਸਿਸ ਦੇ ਬੇਸ ਦੇ ਉੱਤੇ। ਸੋ ਐਨਆਕਸੀਜਨਿਕ ਜਿਹੜੇ ਬੈਕਟੀਰੀਆ ਹੈਗੇ ਆ ਉਹ ਹੁੰਦੇ ਗ੍ਰੀਨ ਸਲਫਰ ਬੈਕਟੀਰੀਆ, ਠੀਕ ਹੈ, ਕਿ ਗ੍ਰੀਨ ਪਿਗਮੈਂਟ ਤਾਂ ਇਹਨਾਂ ਦੇ ਵਿੱਚ ਹੈਗਾ, ਕਲੋਰੋਫਿਲ ਇਹਨਾਂ ਦੇ ਵਿੱਚ ਹੈਗੀ, ਫੋਟੋਸਿੰਥੇਸਿਸ ਕਰ ਸਕਦੇ ਆ ਬਟ ਆਕਸੀਜਨ ਨਹੀਂ ਇਹ ਰਿਲੀਜ਼ ਕਰਦੇ ਹੈਗੇ। ਫਿਰ ਹੈ ਆਕਸੀਜਨਿਕ ਬੈਕਟੀਰੀਆ ਜਿਹੜੇ ਹੁੰਦੇ ਬਲੂ ਗ੍ਰੀਨ ਐਲਗੀ ਹੁੰਦੀ ਹੈਗੀ ਆ, ਫੋਟੋਸਿੰਥੇਸਿਸ ਵੀ ਕਾਜ਼ ਕਰਦੀ ਔਰ ਆਕਸੀਜਨ ਨੂੰ ਰਿਲੀਜ਼ ਵੀ ਕਰਦੀ ਹੈਗੀ ਆ। ਇਹਦੇ ਨਾਲ ਹੀ ਅੱਗੇ ਰੀਪਰੋਡਕਸ਼ਨ ਕਿਸ ਤਰੀਕੇ ਨਾਲ ਹੁੰਦੀ ਹੈਗੀ ਬੈਕਟੀਰੀਅਲ ਸੈੱਲ ਦੇ ਵਿੱਚ। ਸੋ ਬੈਕਟੀਰੀਅਲ ਸੈੱਲ ਦੇ ਵਿੱਚ ਰੀਪਰੋਡਕਸ਼ਨ ਜਿਹੜੀ ਹੈਗੀ ਆ ਉਹ 3 ਬੇਸਿਸ ਤੇ ਹੁੰਦੀ ਹੈਗੀ ਆ। ਬਾਈਨਰੀ ਫਿਜ਼ਨ ਹੁੰਦੀ ਹੈਗੀ ਆ, ਉੱਦਾਂ ਤਾਂ ਆਪਾਂ ਗੱਲ ਕਰਦੇ ਹਾਂ ਕਿ ਰੀਪਰੋਡਕਸ਼ਨ ਦੇ 2 ਟਾਈਪ ਹੁੰਦੇ, ਸੈਕਸ਼ੂਅਲ ਔਰ ਏਸੈਕਸ਼ੂਅਲ ਰੀਪਰੋਡਕਸ਼ਨ, ਹੈ ਨਾ। ਹੁਣ ਇਹ ਬੈਕਟੀਰੀਆ ਜਿਹੜਾ ਹੈਗਾ ਸੈਕਸ਼ੂਅਲ ਰੀਪਰੋਡਕਸ਼ਨ ਤਾਂ ਨਹੀਂ ਕਰ ਸਕਦਾ ਬਟ ਉਹਦੇ ਨਾਲ ਮਿਲਦੇ ਜੁਲਦੇ ਕੁਛ ਮੈਥਡਸ ਨੂੰ ਯੂਜ਼ ਕਰਦਾ ਹੈਗਾ ਇਹ, ਠੀਕ ਹੈ। ਔਰ ਸੋ ਆਪਾਂ ਇਸ ਕਰਕੇ ਇਹਨਾਂ ਦੇ ਵਿੱਚ ਜਿਹੜੇ ਮੇਨ ਅਲੱਗ-ਅਲੱਗ ਟਾਈਪ ਹੈਗੇ ਉਹਨਾਂ ਬਾਰੇ ਕਰਦੇ ਹਾਂ। ਇੱਕ ਹੁੰਦੀ ਹੈਗੀ ਬਾਈਨਰੀ ਫਿਜ਼ਨ, ਇੱਕ ਹੁੰਦੀ ਐਂਡੋਸਪੋਰ ਫਾਰਮੇਸ਼ਨ, ਇੱਕ ਹੁੰਦੀ ਜੈਨੇਟਿਕ ਰਿਕੰਬੀਨੇਸ਼ਨ। 3 ਮੈਥਡ ਹੈ। ਬਾइनरी फिजन च की होंदा, बाय मीनस 2 अगर और फिजन मीनस ब्रेक होना, ठीक है, ब्रेक होना। बाई मीनस 2 और ब्रेक होना मतलब फिजन, है ना, कि अगर जिहड़ा एक बैक्टीरिया है वो ब्रेक होके 2 नए बैक्टीरिया बना रहा, नंबर ऑफ बैक्टीरिया कितने 2, एक पेरेंट सैल 2 डॉटर सैल्स बना रहा हैगा, ठीक है, उन्होंने असीं बोलांगे बाइनरी फिजन, ठीक है। बाइनरी फिजन दे विच जिहड़ी मीजोजोम है ये DNA ਜਾਂ क्रोमोजोम ਦੀ ਹੈਲਪ ਕਰਦੀ ਹੈਗੀ ਮਲਟੀਪਲ ਕਾਪੀ ਬਣਾ ਕੇ ਅੱਗੇ ਬੈਕਟੀਰੀਆ ਦੇ ਵਿੱਚ ਭੇਜਣ ਦੀ। ਹੁਣ ਇਹ ਇੱਕ ਬੈਕਟੀਰੀਆ ਹੈ, ਜਦੋਂ ਇਹ ਇਹ ਬਾਈਨਰੀ ਫਿਜ਼ਨ ਕਰਕੇ ਅੱਗੇ 2 ਬੈਕਟੀਰੀਆ ਬਣਾਏਗਾ, 2 ਡੋਟਰ ਸੈਲਸ ਬਣਾਏਗਾ, ਤਾਂ ਇਹਦਾ ਜਿਹੜਾ ਕ੍ਰੋਮੋਜ਼ੋਮ ਹੈ ਮੀਜ਼ੋਜ਼ੋਮ ਦੇ ਨਾਲ ਅਟੈਚ, ਉਹ ਆਪਣੀਆਂ ਕਾਪੀਜ਼ ਬਣਾਏਗਾ, 2 ਕਾਪੀਜ਼ ਬਣਾਏਗਾ ਔਰ ਇਹਨਾਂ ਦੇ ਵਿੱਚ ਪਾਸ ਕਰੇਗਾ, ਤਾਂ ਹੀ ਇਹਨਾਂ ਦੇ ਵਿੱਚ ਵੀ ਤਾਂ ਜੈਨੇਟਿਕ ਮਟੀਰੀਅਲ ਆਏਗਾ, ਠੀਕ ਹੈ। ਸੋ ਬਾਈਨਰੀ ਫਿਜ਼ਨ ਹੁੰਦੀ ਹੈਗੀ ਆ। ਇਹ ਹੈ ਬਾਈਨਰੀ ਫਿਜ਼ਨ ਦਾ ਡਾਇਗਰਾਮ ਜਿਹੜਾ NCERT ਦੇ ਵਿੱਚ ਆਪਣੀ +1 ਦੇ ਵਿੱਚ ਦਿਖਾਇਆ ਹੋਇਆ ਆ। ਹੁਣ ਜਿੱਦਾਂ ਕਿ ਇੱਕ ਬੈਕਟੀਰੀਅਲ ਸੈੱਲ ਆ, ਜਦੋਂ ਉਹ 2 ਬੈਕਟੀਰੀਅਲ ਸੈੱਲ ਬਣਾਉਂਦਾ ਇਸ ਤਰੀਕੇ ਨਾਲ, ਪਹਿਲੇ ਤੇ ਅਟੈਚ ਆ, ਬਾਅਦ ਵਿੱਚ ਇਹ ਦੋਨੋਂ ਅਲੱਗ ਹੋ ਜਾਂਦੇ ਹੈਗੇ ਆ, ਠੀਕ ਹੈ। ਇਹਦੇ ਵਿੱਚ ਕੀ ਆ, ਇਹ ਇਹਨਾਂ ਦਾ ਜੈਨੇਟਿਕ ਮਟੀਰੀਅਲ ਆ, ਆਸ-ਪਾਸ ਕੀ ਬਣੀ ਹੋਈ ਆ, ਸੈੱਲ ਮੈਂਬਰੇਨ, ਔਰ ਉੱਪਰ ਕੀ ਬਣੀ ਹੋਈ ਆ, ਸੈੱਲ ਵॉल ਇਸ ਤਰੀਕੇ ਦੇ ਨਾਲ ਬਣੀ ਹੋਈ ਹੈਗੀ ਆ ਜਿਹੜੀ ਇਹਨੂੰ ਪ੍ਰੋਟੈਕਸ਼ਨ ਪ੍ਰੋਵਾਈਡ ਕਰਦੀ ਆ। ਸੋ ਇਹ ਦਿਖਾਉਣ ਦਾ ਮਤਲਬ ਕੀ ਹੈਗਾ, DNA ਦਿਖਾਉਣ ਦਾ ਮਤਲਬ ਕਿ ਇਹਦੇ ਵਿੱਚ ਜੈਨੇਟਿਕ ਮਟੀਰੀਅਲ ਵੀ ਅੱਗੇ ਪਾਸ ਹੁੰਦਾ ਆ ਨੈਕਸਟ ਜਨਰੇਸ਼ਨ 'ਚ। ਇੱਦਾਂ ਨਹੀਂ ਹੈਗਾ ਕਿ ਅਗਰ ਪੇਰੈਂਟ ਸੈੱਲ ਦੇ ਵਿੱਚ ਜਿਹੜਾ ਜੈਨੇਟਿਕ ਮਟੀਰੀਅਲ ਆ ਉਹ ਅੱਗੇ ਡਾਟਰ ਸੈਲਸ 'ਚ ਪਾਸ ਹੋ, ਮਤਲਬ ਪੇਰੈਂਟ ਸੈੱਲ ਤੋਂ ਜੈਨੇਟਿਕ ਮਟੀਰੀਅਲ ਬਚਿਆ ਨਹੀਂ, ਉਹ ਆਪਣੀਆਂ ਮਲਟੀਪਲ ਕਾਪੀਜ਼ ਬਣਾ ਲਏਗਾ, ਮਲਟੀਪਲ ਕਾਪੀਜ਼ ਨੂੰ ਹੀ ਅੱਗੇ ਪਾਸ ਕਰੇਗਾ। ਹੁਣ ਜਿੱਦਾਂ ਮੈਂ ਕੋਈ ਓਰੀਜਨਲ ਨੋਟਸ ਬਣਾਵਾਂ, ਠੀਕ ਹੈ, ਉਹ ਮੈਂ ਕਿਸੇ ਹੋਰ ਨੂੰ ਅਗਰ ਦੇਣਾ ਚਾਹੁੰਦੀ ਹਾਂ ਨੋਟਸ, ਤਾਂ ਮੈਂ ਉਹਦੀਆਂ ਕਾਪੀਜ਼ ਤਿਆਰ ਕਰਾਂਗੀ, ਜ਼ੀਰੋਕਸ ਕਾਪੀਜ਼ ਤਿਆਰ ਕਰਵਾਵਾਂਗੀ, ਉਹ ਅੱਗੇ ਪਾਸ ਕਰਾਂਗੀ, ਬਟ ਜਿਹੜੀ ਓਰੀਜਨਲ ਕਾਪੀ ਆ ਉਹ ਤਾਂ ਮੇਰੇ ਤੋਂ ਹੀ ਰਹੇਗੀ ਨਾ। ਸੇਮ ਉੱਦਾਂ ਹੀ ਹੁੰਦਾ ਕਿ ਜਿਹੜੇ ਪੇਰੈਂਟਸ ਦੇ ਵਿੱਚ ਜੈਨੇਟਿਕ ਮਟੀਰੀਅਲ ਹੈ ਉਹ ਉਹਨਾਂ ਦੇ ਅੰਦਰ ਹੀ ਰਹਿੰਦਾ ਹੈ, ਬਾਕੀ ਅੱਗੇ ਕਾਪੀਜ਼ ਪਾਸ ਕਰਦੀਆਂ ਹੈਗੀਆਂ ਜੈਨੇਟਿਕ ਮਟੀਰੀਅਲ ਦੀਆਂ। ਇਸ ਤੋਂ ਅੱਗੇ ਹੈ ਬਾਈਨਰੀ ਫਿਜ਼ਨ ਕਰ ਲਿਆ। ਨੈਕਸਟ ਕਰਦੇ ਹਾਂ ਐਂਡੋਸਪੋਰ ਫਾਰਮੇਸ਼ਨ, ਮਤਲਬ ਸਪੋਰਸ ਬਣਾ ਦੇਣਾ। ਹੁਣ ਬੈਕਟੀਰੀਆ ਬਹੁਤ ਹੀ ਕਲੈਵਰ ਹੁੰਦੇ ਆ, ਆਪਣੇ ਆਪ ਨੂੰ ਹਰ ਕੰਡੀਸ਼ਨ 'ਚ ਬਚਾਉਣ ਦੀ ਕੋਸ਼ਿਸ਼ ਕਰਦੇ ਹੈਗੇ ਆ ਕਿ ਮਤਲਬ ਆਪਣੇ ਆਪ ਨੂੰ ਪ੍ਰੋਟੈਕਟ ਰੱਖ ਸਕਣ ਹਰ ਇੱਕ ਇਨਵਾਇਰਮੈਂਟ ਦੇ ਵਿੱਚ। ਸੋ ਅਗਰ ਇਹਨਾਂ ਦੀਆਂ ਅਨਫੇਵਰੇਬਲ ਕੰਡੀਸ਼ਨਸ ਹੁੰਦੀਆਂ ਜਿਨ੍ਹਾਂ 'ਚ ਗਰੋ ਨਹੀਂ ਕਰ ਪਾਉਂਦੇ ਹੈਗੇ ਜਾਂ ਸਰਵਾਈਵ ਨਹੀਂ ਕਰ ਪਾਉਂਦੇ, ਇੱਦਾਂ ਦੀਆਂ ਕੰਡੀਸ਼ਨ 'ਚ ਕੀ ਕਰਦੇ ਹੈਗੇ ਆ, ਆਪਣੀ ਕੀ ਬਣਾ ਲੈਂਦੇ ਹੈਗੇ ਆ, ਜੈਨੇਟਿਕ ਮਟੀਰੀਅਲ ਨੂੰ ਬਚਾਉਣ ਦੇ ਲਈ ਐਂਡੋਸਪੋਰਸ ਬਣਾ ਲੈਂਦੇ ਹੈਗੇ ਆ, ਇੱਕ ਹਾਰਡ ਵਾਲ ਬਣਾ ਲੈਂਦੇ, ਪ੍ਰੋਟੈਕਟਿਵ ਵਾਲ, ਜਿਹਦੇ ਵਿੱਚ ਇਹਨਾਂ ਦਾ ਜੈਨੇਟਿਕ ਮਟੀਰੀਅਲ ਸਟੋਰ ਹੋ ਜਾਂਦਾ ਹੈਗਾ। ਸੋ ਉਹ ਬਣੇ ਹੁੰਦੇ ਹੈਗੇ ਐਂਡੋਸਪੋਰਸ। ਇਹ ਐਂਡੋਸਪੋਰਸ ਜਿਹੜੇ ਹੈਗੇ ਆ ਫੇਵਰੇਬਲ ਕੰਡੀਸ਼ਨ ਆਉਣ 'ਤੇ ਦੁਬਾਰਾ ਇਹ ਜੈਨੇਟਿਕ ਮਟੀਰੀਅਲ ਨੂੰ ਰਿਲੀਜ਼ ਕਰ ਦਿੰਦੇ ਹੈਗੇ ਆ ਤਾਂ ਕਿ ਅੱਗੇ ਰੀਪਰੋਡਕਸ਼ਨ ਹੋ ਸਕੇ। ਪ੍ਰੀਜ਼ਰਵ ਕਰਨ ਦਾ ਮੈਥਡ ਹੈਗਾ ਇੱਕ ਤਰੀਕੇ ਨਾਲ, ਠੀਕ ਹੈ। ਸੋ ਇਹ ਐਂਡੋਸਪੋਰਸ ਬਣਾ ਲੈਂਦੇ ਹੈਗੇ ਆ। ਨੈਕਸਟ ਹੈ ਜੈਨੇਟਿਕ ਰਿਕੰਬੀਨੇਸ਼ਨ, ਜਿਹਦੇ ਵਿੱਚ ਕਿ ਜੈਨੇਟਿਕ ਰਿਕੰਬੀਨੇਸ਼ਨ ਜਿਹੜਾ ਹੈਗੇ ਅਸੀਂ ਜੈਨੇਟਿਕਸ ਦੇ ਵਿੱਚ ਜਾਂ ਬਾਇਓਟੈਕਨੋਲੋਜੀ ਦੇ ਵਿੱਚ ਇਹਦੇ ਬਾਰੇ ਕਾਫੀ ਡਿਟੇਲ ਦੇ ਵਿੱਚ ਪੜ੍ਹਦੇ ਹੈਗੇ ਆ। ਸੋ ਜੈਨੇਟਿਕ ਰਿਕੰਬੀਨੇਸ਼ਨ ਦਾ ਮਤਲਬ ਕੀ ਹੈਗਾ ਕਿ ਜਿਹੜੇ 2, ਮੰਨ ਲਓ ਇਹ ਆਰਗੇਨਿਜ਼ਮ A ਆ, ਇਹ ਆਰਗੇਨਿਜ਼ਮ B ਆ, ਇਹਦੇ ਕੁਛ ਜੀਨਸ ਜਿਹੜੇ ਸਾਨੂੰ ਚਾਹੀਦੇ ਹੈਗੇ ਆ ਕਿ ਅਸੀਂ B ਆਰਗੇਨਿਜ਼ਮਸ ਦੇ ਅੰਦਰ ਇੰਟਰੋਡਿਊਸ ਕਰਵਾ ਦਈਏ, ਠੀਕ ਹੈ, ਅਤੇ ਉਹਦੇ ਲਈ ਅਸੀਂ ਕੀ ਕਰਦੇ ਹੈਗੇ ਆ, ਇਹਦੇ ਕੁਛ ਜੀਨਸ ਨੂੰ ਇੰਟਰੋਡਿਊਸ ਕਰਵਾ ਦਿੰਦੇ ਹੈਗੇ ਆ ਇਸ ਆਰਗੇਨਿਜ਼ਮ ਦੇ ਜੀਨਸ ਜਾਂ DNA ਦੇ ਵਿੱਚ, ਠੀਕ ਹੈ। ਸੋ ਇਸ ਤਰੀਕੇ ਨਾਲ ਜਿਹੜਾ ਨਵਾਂ ਪ੍ਰੋਡਕਟ ਤਿਆਰ ਹੋਏਗਾ, ਨਵਾਂ ਬਣੇਗਾ, ਉਹਨੂੰ ਅਸੀਂ ਕੀ ਕਹਾਂਗੇ,
ਰਿਕੰਬੀਨੈਂਟ ਜੀਨ ਜਾਂ ਰਿਕੰਬੀਨੈਂਟ ਡੀਐਨਏ ਬੋਲ ਦਾਂਗੇ, ਮਤਲਬ ਜੈਨੇਟਿਕ ਰਿਕੰਬੀਨੇਸ਼ਨ ਹੋ ਗਿਆ ਦੋਨਾਂ ਨੂੰ ਕੰਬਾਈਨ ਕਰਕੇ, ਦੋਨਾਂ ਦੇ ਜੀਨਸ ਨੂੰ, ਠੀਕ ਹੈ, ਉਹਨੂੰ ਜੈਨੇਟਿਕ ਰਿਕੰਬੀਨੇਸ਼ਨ ਕਹਿੰਦੇ। ਇਹਦੇ ਫਰਦਰ 3 ਟਾਈਪ ਹੈਗੇ, ਕਿਹੜੇ ਕਿਹੜੇ? ਟਰਾਂਸਫੋਰਮੇਸ਼ਨ ਆ, ਕੌਨਜੂਗੇਸ਼ਨ ਆ, ਟਰਾਂਸਡਕਸ਼ਨ ਆ। ਇਹ 3 ਆਪਣੇ ਤੋਂ ਪ੍ਰੈਜ਼ੈਂਟ ਹੈਗੇ ਆ, ਠੀਕ ਹੈ। ਸੋ ਟਰਾਂਸਫੋਰਮੇਸ਼ਨ ਮਤਲਬ ਟਰਾਂਸਫਰ ਕਰ ਦੇਣਾ ਆਪਣੇ ਜੈਨੇਟਿਕ ਮਟੀਰੀਅਲ ਨੂੰ ਕਿਸੇ ਦੂਸਰੇ ਦੇ ਵਿੱਚ, ਉਹਨੂੰ ਟਰਾਂਸਫੋਰਮੇਸ਼ਨ ਬੋਲਦੇ ਆ। ਕੌਨਜੂਗੇਸ਼ਨ ਦੇ ਵਿੱਚ ਇੱਕ ਵੇ ਹੁੰਦਾ ਆ ਜਿਹਦੇ ਵਿੱਚ ਕਿ ਜੈਨੇਟਿਕ ਮਟੀਰੀਅਲ ਸਿੱਧਾ ਹੀ ਨਹੀਂ ਟਰਾਂਸਫਰ ਹੋ ਸਕਦਾ, ਇੱਕ ਵੈਕਟਰ ਦੇ ਥਰੂ ਟਰਾਂਸਫਰ ਹੋਏਗਾ, ਉਹਨੂੰ ਅਸੀਂ ਬੋਲਦੇ ਕੌਨਜੂਗੇਸ਼ਨ। ਟਰਾਂਸਡਕਸ਼ਨ ਜਿਹੜੀ ਹੈਗੀ ਆ, ਇਹ ਪ੍ਰੋਸੈਸ ਵੀ ਮਤਲਬ ਇਹਦੇ ਨਾਲ ਹੀ ਰਿਲੇਟਿਡ ਹੈਗੀ ਆ, ਰੀਪਰੋਡਕਸ਼ਨ ਨਾਲ ਰਿਲੇਟਿਡ ਹੈ, ਜਿਹਦੇ ਵਿੱਚ ਜੈਨੇਟਿਕ ਮਟੀਰੀਅਲ ਦੂਸਰੇ ਆਰਗੇਨਿਜ਼ਮ ਦੇ ਵਿੱਚ ਪਾਸ ਕਰਦਾ। ਸੋ ਇਹਨਾਂ ਨੂੰ ਡਾਇਗਰਾਮ ਤੋਂ ਸਮਝਦੇ ਹੈਗੇ ਆ। ਟਰਾਂਸਡਕਸ਼ਨ ਔਰ ਟਰਾਂਸਫੋਰਮੇਸ਼ਨ, ਪਹਿਲਾਂ ਟਰਾਂਸਫੋਰਮੇਸ਼ਨ ਬਾਰੇ ਕਰ ਲੈਂਦੇ ਹੈਗੇ ਆ। ਹੁਣ ਮੰਨ ਲਓ ਕਿ ਇੱਕ ਬੈਕਟੀਰੀਅਲ ਸੈੱਲ ਹੈ, ਉਹ ਆਪਣਾ ਜੈਨੇਟਿਕ ਮਟੀਰੀਅਲ ਕਿਸੇ ਦੂਸਰੇ ਦੇ ਅੰਦਰ ਐਂਟਰ ਕਰਵਾਉਣਾ ਚਾਹੁੰਦਾ ਆ, ਠੀਕ ਹੈ। ਹੁਣ ਮੰਨ ਲਓ ਇਹ ਇੱਕ ਬੈਕਟੀਰੀਅਲ ਸੈੱਲ ਹੈ, ਇੱਕ ਦੂਸਰਾ ਬੈਕਟੀਰੀਅਲ ਸੈੱਲ ਹੈਗਾ ਆ, ਠੀਕ ਹੈ। ਇਹਦਾ ਜੈਨੇਟਿਕ ਮਟੀਰੀਅਲ ਇਸ ਬੈਕਟੀਰੀਆ ਦੇ ਥਰੂ ਐਬਜ਼ੌਰਬ ਹੋ ਜਾਏਗਾ, ਠੀਕ ਹੈ। ਅਗਰ ਇੱਕ ਬੈਕਟੀਰੀਆ ਦੂਸਰੇ ਬੈਕਟੀਰੀਆ ਦੇ ਕਲੋਜ਼ ਹੈ ਤਾਂ ਉਹਦਾ ਜੈਨੇਟਿਕ ਮਟੀਰੀਅਲ ਆਟੋਮੈਟਿਕਲੀ ਬੀ ਦੇ ਥਰੂ ਦੂਸਰੇ ਬੈਕਟੀਰੀਆ ਦੇ ਥਰੂ ਐਬਜ਼ੌਰਬ ਹੋ ਜਾਏਗਾ। ਇਹ ਪ੍ਰੋਸੈਸ ਜਿਹੜੀ ਹੈਗੀ ਆ ਟਰਾਂਸਫੋਰਮੇਸ਼ਨ, ਮਤਲਬ ਟਰਾਂਸਫਰ ਹੁੰਦੀ, ਇਹਨੂੰ ਅਸੀਂ ਟਰਾਂਸਫੋਰਮੇਸ਼ਨ ਕਹਿ ਦਿੰਦੇ ਹਾਂ, ਠੀਕ ਹੈ। ਹੁਣ ਇਹ ਹੈ ਡੋਨਰ ਸੈੱਲ, ਠੀਕ ਹੈ। ਇੱਕ ਡੋਨਰ ਸੈੱਲ ਹੈ, ਇੱਕ ਰਿਸੀਪੀਐਂਟ ਸੈੱਲ ਹੈ। ਡੋਨਰ ਸੈੱਲ ਜਿਹੜਾ ਕਿ ਆਪਣਾ ਜੈਨੇਟਿਕ ਮਟੀਰੀਅਲ ਦੂਸਰੇ ਨੂੰ ਦੇ ਦੇਗਾ, ਰਿਸੀਪੀਐਂਟ ਸੈੱਲ ਜਿਹੜਾ ਕਿ ਜੈਨੇਟਿਕ ਮਟੀਰੀਅਲ ਨੂੰ ਕੈਰੀ ਕਰੇਗਾ, ਠੀਕ ਹੈ। ਸੋ ਇਹਦੇ ਵਿੱਚ ਆ ਕੀ ਹੈਗਾ, ਜੈਨੇਟਿਕ ਮਟੀਰੀਅਲ ਆ, ਇਹ ਪਲਾਜ਼ਮਿਡ ਹੈਗਾ ਆ। ਪਲਾਜ਼ਮਿਡ ਦੇ ਥਰੂ ਜਿਹੜੇ ਜੀਨਸ ਹੈਗੇ ਆ ਉਹ ਟਰਾਂਸਫਰ ਹੁੰਦੇ ਹੈਗੇ ਆ ਕਿਸੇ ਦੂਸਰੇ ਸੈੱਲ ਦੇ ਅੰਦਰ, ਔਰ ਉਹ ਮਿਲ ਕੇ ਕੀ ਕਰਦੇ ਹੈਗੇ ਆ, ਦੋਨਾਂ ਇਹ ਵਾਲੇ ਜੀਨਸ ਔਰ ਇਹ ਵਾਲੇ ਜੀਨਸ ਦੋਨੋਂ ਮਿਲ ਜਾਂਦੇ ਹੈਗੇ ਆ, ਇੱਕੋ ਜਿਹੇ ਬਣ ਜਾਂਦੇ ਹੈਗੇ ਆ, ਉਹਨੂੰ ਅਸੀਂ ਕੀ ਬੋਲ ਦਿੰਦੇ ਹੈਗੇ, ਟਰਾਂਸਫੋਰਮੇਸ਼ਨ ਦੀ ਪ੍ਰੋਸੈਸ ਕਹਿ ਦਿੰਦੇ ਹੈਗੇ ਆ। ਟਰਾਂਸਡਕਸ਼ਨ ਹੁਣ ਕਿੱਦਾਂ ਹੁੰਦੀ, ਇਹਦੇ ਵਿੱਚ ਤਾਂ ਕੋਈ ਆਪਾਂ ਨੂੰ ਨਹੀਂ ਜ਼ਰੂਰਤ ਪਈ ਹੈਗੀ ਕਿਸੇ ਵੈਕਟਰ ਦੀ, ਹੈ ਨਾ, ਬਟ ਜਿਹੜੇ ਟਰਾਂਸਡਕਸ਼ਨ ਦੀ ਪ੍ਰੋਸੈਸ ਹੁੰਦੀ ਹੈ ਇਹ 'ਚ ਸਾਨੂੰ ਵੈਕਟਰ ਦੀ ਜ਼ਰੂਰਤ ਪੈਂਦੀ। ਹੁਣ ਜਿੱਦਾਂ ਕਿ ਟਰਾਂਸਡਕਸ਼ਨ ਹੈ, ਇਹਦੇ ਵਿੱਚ ਵੀ ਤਾਂ ਬੈਕਟੀਰੀਅਲ ਸੈੱਲ ਹੈ, ਇੱਕ ਡੋਨਰ ਸੈੱਲ ਆ, ਇੱਕ ਇੱਕ ਰਿਸੀਪੀਐਂਟ ਸੈੱਲ ਆ, ਠੀਕ ਹੈ। ਡੋਨਰ ਸੈੱਲ ਔਰ ਰਿਸੀਪੀਐਂਟ ਸੈੱਲ, ਜਿਹੜੇ ਡੋਨਰ ਸੈੱਲ ਹੈ ਉਹਨੇ ਆਪਣੀ ਜੀਨਸ ਨੂੰ ਅਗਰ ਟਰਾਂਸਫਾਰਮ ਕਰਨਾ, ਆਪਣੇ ਡੀਐਨਏ ਨੂੰ ਅੱਗੇ ਟਰਾਂਸਫਾਰਮ ਕਰਨਾ ਕਿਸੇ ਦੂਸਰੇ ਬੈਕਟੀਰੀਆ ਦੇ ਅੰਦਰ, ਰਿਸੀਪੀਐਂਟ ਦੇ ਅੰਦਰ, ਤਾਂ ਉਹ ਕੀ ਕਰੇਗਾ, ਬੈਕਟੀਰੀਓਫਾਜ ਨੂੰ ਆਪਣੇ ਜੀਨਸ ਜਾਂ ਆਪਣੇ ਡੀਐਨਏ ਦੇ ਦੇਗਾ, ਠੀਕ ਹੈ। ਸੋ ਇਹ ਡੀਐਨਏ ਟਰਾਂਸਫਰ ਹੋਣਗੇ ਪਹਿਲੇ ਬੈਕਟੀਰੀਓਫੇਜ ਦੇ ਵਿੱਚ, ਬੈਕਟੀਰੀਓਫੇਜ ਦੇ ਆਪਣੇ ਜੀਨਸ ਹੈਗੇ ਆ ਉਹਦੇ ਨਾਲ ਦੂਸਰੇ ਜੀਨਸ ਮਿਕਸ ਹੋ ਜਾਣਗੇ ਤੇ ਉਹ ਅੱਗੇ ਨੈਕਸਟ ਦੇ ਵਿੱਚ ਪਾਸ ਕਰਨਗੇ, ਰਿਸੀਪੀਐਂਟ ਦੇ ਵਿੱਚ ਪਾਸ ਕਰਨਗੇ ਬੈਕਟੀਰੀਓਫੇਜ ਦੇ ਥਰੂ, ਤਾਂ ਕਿ ਜੈਨੇਟਿਕ ਮੇਕਅਪ ਜਿਹੜਾ ਉਹ ਹੋ ਸਕੇ। ਇਸ ਪ੍ਰੋਸੈਸ ਨੂੰ ਅਸੀਂ ਕਹਿੰਦੇ ਹੈਗੇ ਆ ਟਰਾਂਸਡਕਸ਼ਨ। ਨੈਕਸਟ ਹੈ ਕੌਨਜੂਗੇਸ਼ਨ। ਕੌਨਜੂਗੇਸ਼ਨ ਦੇ ਵਿੱਚ ਆਪਾਂ ਕਿਹਾ ਸੀਗਾ ਕਿ ਇਹਦੇ ਵਿੱਚ ਇੱਕ ਪਾਰਟ ਦੀ, ਬੈਕਟੀਰੀਅਲ ਪਾਰਟ ਦੀ ਜ਼ਰੂਰਤ ਪੈਂਦੀ ਹੈਗੀ ਆ ਆਪਣੀ ਜੈਨੇਟਿਕ ਮਟੀਰੀਅਲ ਨੂੰ ਦੂਸਰੇ ਬੈਕਟੀਰੀਅਲ ਸੈੱਲ ਤੱਕ ਪਹੁੰਚਾਉਣ ਦੇ ਲਈ। ਹੁਣ ਜਿਹੜਾ ਬੈਕਟੀਰੀਅਲ ਸੈੱਲ ਦਾ ਪਿਲਸ ਪਾਰਟ ਹੁੰਦਾ ਆ, ਪਿਲਸ ਪਾਰਟ ਜਿਹੜਾ ਹੈਗਾ ਉਹ ਇਸੇ ਲਈ ਫੰਕਸ਼ਨ ਕਰਦਾ ਹੈਗਾ, ਰੀਪਰੋਡਕਸ਼ਨ ਦੀ ਹੈਲਪ ਕਰਦਾ। ਹੁਣ ਇਹ ਸੈਕਸ਼ੂਅਲ ਰੀਪਰੋਡਕਸ਼ਨ ਤਾਂ ਨਹੀਂ ਕਰ ਸਕਦੇ ਦੋ ਅਲੱਗ-ਅਲੱਗ ਬੈਕਟੀਰੀਆ, ਇਸ ਕਰਕੇ ਇਹਨਾਂ ਦਾ ਜਿਹੜਾ ਪਿਲਸ ਪਾਰਟ ਹੁੰਦਾ ਹੈਗਾ ਉਹੀ ਮਟੀਰੀਅਲ ਨੂੰ ਅੱਗੇ ਟਰਾਂਸਫਰ ਕਰਦਾ। ਹੁਣ ਇਹ ਡੋਨਰ ਸੈੱਲ ਹੈ, ਇਹ ਰਿਸੀਪੀਐਂਟ ਸੈੱਲ ਹੈ। ਜਿਹੜਾ ਡੋਨਰ ਸੈੱਲ ਹੈ ਉਹਦੇ ਕ੍ਰੋਮੋਜ਼ੋਮ ਔਰ ਇਹ ਪਲਾਜ਼ਮਿਡ, ਮਤਲਬ ਜਿਹਦੇ 'ਚ ਐਕਸਟਰਾ ਕ੍ਰੋਮੋਜ਼ੋਮਲ ਡੀਐਨਏ ਵਗੈਰਾ ਹੁੰਦਾ ਆ, ਉਹ ਪਿਲਸ ਦੇ ਥਰੂ ਦੂਸਰੇ ਬੈਕਟੀਰੀਆ 'ਚ ਐਂਟਰ ਕਰਦਾ। ਹੁਣ ਕਿੱਦਾਂ ਕਿ ਜਿਹੜਾ ਇਹ ਵਾਲਾ ਹੈ ਇਹਦੇ ਕੋਲ ਤਾਂ ਪਲਾਜ਼ਮਿਡ ਹੈ, ਠੀਕ ਹੈ, ਬਟ ਇਹਦੇ ਕੋਲ ਪਲਾਜ਼ਮਿਡ ਨਹੀਂ ਹੈਗਾ, ਠੀਕ ਹੈ, ਪਲਾਜ਼ਮਿਡ ਰਿਸੀਪੀਐਂਟ ਕੋਲ ਨਹੀਂ ਹੈਗਾ। ਸੋ ਇਹਦਾ ਜਿਹੜਾ ਪਲਾਜ਼ਮਿਡ ਆ ਉਹ ਆਪਣੀ ਕਾਪੀ ਬਣਾਏਗਾ ਪਹਿਲੇ, ਠੀਕ ਹੈ, ਆਪਣੇ ਆਪ ਆਪਣਾ ਪਲਾਜ਼ਮਿਡ ਤਾਂ ਸਿੱਧਾ ਨਹੀਂ ਦੇ ਸਕਦਾ ਨਾ ਰੀਅਲ ਵਾਲਾ। ਸੋ ਕੀ ਕਰਦਾ ਹੈ, ਪਹਿਲੇ ਕਾਪੀਜ਼ ਬਣਾਉਂਦਾ, ਉਹਦੀਆਂ ਕਾਪੀ ਬਣਾ ਕੇ ਉਸੇ ਪਲਾਜ਼ਮਿਡ ਦੀ ਕਾਪੀ ਨੂੰ ਅੱਗੇ ਦੂਸਰੇ ਬੈਕਟੀਰੀਆ ਦੇ ਅੰਦਰ ਰਿਲੀਜ਼ ਕਰ ਦਿੰਦਾ, ਡੀਐਨਏ ਪੋਲੀਮਰੇਜ਼ ਨੂੰ ਯੂਜ਼ ਕਰਦਾ ਆ, ਠੀਕ ਹੈ, ਔਰ ਆਪਣੀ ਕਾਪੀ ਬਣਾ ਕੇ ਦੂਸਰੇ ਬੈਕਟੀਰੀਆ ਦੇ ਅੰਦਰ ਭੇਜ ਦਿੰਦਾ। ਹੁਣ ਇਸ ਬੈਕਟੀਰੀਆ 'ਚ ਵੀ ਪਿਲਸ ਆ ਗਿਆ,
ਇਹਦੇ ਵਿੱਚ ਪਿਲਸ ਸੀਗਾ, ਇਹਦੇ ਵਿੱਚ ਪਿਲਸ ਨਹੀਂ ਸੀ, ਇਹਦੇ ਵਿੱਚ ਪਲਾਜ਼ਮਿਡ ਸੀ, ਰਿਸੀਪੀਐਂਟ 'ਚ ਪਲਾਜ਼ਮਿਡ ਵੀ ਨਹੀਂ ਸੀ। ਜਿੱਦਾਂ ਹੀ ਡੋਨਰ ਆਪਣੇ ਪਿਲਸ ਦੇ ਥਰੂ ਪਲਾਜ਼ਮਿਡ ਦੀ ਕਾਪੀ ਬਣਾ ਕੇ ਦੂਸਰੇ ਦੇ ਵਿੱਚ ਇੰਟਰੋਡਿਊਸ ਕਰਵਾਏਗਾ, ਉਹਦਾ ਵੀ ਪਿਲਸ ਔਰ ਪਲਾਜ਼ਮਿਡ ਬਣ ਜਾਏਗਾ ਨਿਊ ਡੋਨਰ ਦੇ ਅੰਦਰ। ਇਹ ਓਲਡ ਡੋਨਰ ਆ, ਜਿਹੜਾ ਰਿਸੀਪੀਐਂਟ ਆ ਉਹ ਨਿਊ ਡੋਨਰ ਬਣ ਜਾਏਗਾ। ਸੋ ਇਸ ਤਰੀਕੇ ਨਾਲ ਕਿਹੜੀ ਪ੍ਰੋਸੈਸ ਹੁੰਦੀ ਹੈ, ਕੌਨਜੂਗੇਸ਼ਨ ਦੀ ਪ੍ਰੋਸੈਸ ਹੁੰਦੀ ਹੈਗੀ ਆ ਰੀਪਰੋਡਕਸ਼ਨ ਦੇ ਵਿੱਚ। ਇਹ ਸਿਸਟਮ ਕੌਨਜੂਗੇਸ਼ਨ, ਟਰਾਂਸਫੋਰਮੇਸ਼ਨ ਔਰ ਟਰਾਂਸਡਕਸ਼ਨ ਇਹ ਕੰਮ ਆਉਂਦੇ ਹੈਗੇ ਆ। ਨੈਕਸਟ ਹੁਣ ਅਗਰ ਗੱਲ ਕਰੀਏ, ਇਹਦੇ ਵਿੱਚ ਅਸੀਂ ਪੜ੍ਹਿਆ ਸੀ ਕਿ ਯੂ ਬੈਕਟੀਰੀਆ ਔਰ ਆਰਕੀ ਬੈਕਟੀਰੀਆ ਦੋ ਤਰ੍ਹਾਂ ਦੇ ਬੈਕਟੀਰੀਆ ਹੁੰਦੇ ਹੈਗੇ ਆ, ਠੀਕ ਹੈ। ਕੁਝ ਫੀਚਰਸ ਪੜ੍ਹ ਲੈਂਦੇ ਇਹਨਾਂ ਦੇ। ਯੂ ਬੈਕਟੀਰੀਆ, ਆਰਕੀ ਬੈਕਟੀਰੀਆ ਔਰ ਮਾਈਕੋਪਲਾਜ਼ਮਾ ਪ੍ਰੈਜ਼ੈਂਟ ਹੁੰਦੇ ਆ, ਇਹਨਾਂ ਦੇ ਨਾਲ ਆਪਣਾ ਮੋਨੇਰਾ ਖਤਮ ਹੋ ਜਾਏਗਾ। ਸੋ ਯੂ ਬੈਕਟੀਰੀਆ ਜਿਹੜੇ ਹੁੰਦੇ ਹੈਗੇ ਆ, ਇਹਨਾਂ ਦੇ ਵਿੱਚ ਕੀ ਆ, ਇਹਨਾਂ ਦੇ ਫੀਚਰਸ ਕੀ ਹੈਗੇ ਆ ਕਿ ਇਹ ਯੂਨੀਸੈਲਰ ਹੁੰਦੇ ਆ, ਫਿਲਾਮੈਂਟ ਹੁੰਦਾ ਇਹਨਾਂ ਦੇ ਆਸ-ਪਾਸ, ਫਿਲਾਮੈਂਟ ਬਣੇ ਹੁੰਦੇ ਹੈਗੇ ਮੂਵਮੈਂਟ ਲਈ, ਐਕੁਐਟਿਕ ਹੁੰਦੇ ਆ, ਪਾਣੀ ਦੇ ਵਿੱਚ ਰਹਿੰਦੇ ਆ, ਕੁਝ ਹੱਦ ਤੱਕ ਇਹ ਟੈਰੈਸਟਰੀਅਲ ਵੀ ਹੁੰਦੇ ਹੈਗੇ ਆ, ਠੀਕ ਹੈ। ਇਹ ਕਾਮਨਲੀ ਪਾਏ ਜਾਂਦੇ ਹੈਗੇ ਇਨਵਾਇਰਮੈਂਟ ਦੇ ਵਿੱਚ। ਸੋ ਇਹ ਟੈਰੈਸਟਰੀਅਲ ਵੀ ਆ, ਜ਼ਮੀਨ 'ਤੇ ਵੀ ਪਾਏ ਜਾਂਦੇ ਹੈਗੇ ਆ। ਹੋਰ ਕੀ ਹੈ, ਫੋਟੋਸਿੰਥੈਟਿਕ ਹੁੰਦੇ ਹੈਗੇ ਆ, ਮਤਲਬ ਆਪਣਾ ਖਾਣਾ ਖੁਦ ਬਣਾਉਂਦੇ ਆ। ਕਿਹਦੇ ਕਰਕੇ ਖਾਣਾ ਬਣਾ ਪਾਉਂਦੇ, ਕਲੋਰੋਫਿਲ ਏ ਕਰਕੇ। ਕਲੋਰੋਫਿਲ ਹੈਗੀ ਆ, ਕਲੋਰੋਫਿਲ ਦੇ ਅੱਗੇ ਟਾਈਪ ਵੀ ਹੁੰਦੇ, ਕਲੋਰੋਫਿਲ ਏ ਹੁੰਦੀ ਆ, ਕਲੋਰੋਫਿਲ ਬੀ ਹੁੰਦੀ ਆ, ਉਹਨਾਂ ਦੇ ਵਿੱਚੋਂ ਕਲੋਰੋਫਿਲ ਏ 'ਚ ਪ੍ਰੈਜ਼ੈਂਟ ਹੁੰਦੀ ਆ। ਹੁਣ ਇਹ ਫੋਟੋਸਿੰਥੈਟਿਕ ਹੈਗੇ ਆ, ਫੋਟੋਸਿੰਥੈਟਿਕ ਦੇ ਕਿਹੜੇ ਟਾਈਪ ਹੈਗੇ ਆ, ਇਹ ਆਕਸੀਜਨਿਕ ਹੈਗੇ। ਸੋ ਆਕਸੀਜਨ ਰਿਲੀਜ਼ ਵੀ ਕਰਦੇ ਹੈਗੇ ਆ। ਐਗਜ਼ਾਮਪਲ ਹੈ ਇਹਦੀ ਨੋਸਟੋਕ, ਐਨਾਬੀਨਾ ਔਰ ਓਸੀਲੇਟੋਰੀਆ ਬੈਕਟੀਰੀਆ ਹੋ ਗਏ, ਠੀਕ ਹੈ। ਇਹ ਕਾਮਨਲੀ ਪਾਏ ਜਾਂਦੇ ਹੈਗੇ ਆ। ਨਾਈਟ੍ਰੋਜਨ ਆਕਸੀਜਨ ਰਿਲੀਜ਼ ਕਰਨ ਦੇ ਵਿੱਚ ਇਹਨਾਂ ਦਾ ਬਹੁਤ ਹੀ ਇੰਪੋਰਟੈਂਟ ਰੋਲ ਹੁੰਦਾ ਹੈਗਾ ਆ। ਐਨਾਬੀਨਾ ਦੀਆਂ ਕੁਝ ਸਪੀਸ਼ੀਜ਼ ਜਿਹੜੀਆਂ ਹੈਗੀਆਂ ਉਹ ਨਾਈਟ੍ਰੋਜਨ ਫਿਕਸੇਸ਼ਨ ਦਾ ਵੀ ਕੰਮ ਕਰਦੀਆਂ ਹੈਗੀਆਂ ਵਾ, ਪਲਾਂਟਸ ਦੇ ਲਈ ਨਾਈਟ੍ਰੋਜਨ ਦਿੰਦੀਆਂ ਹੈਗੀਆਂ, ਠੀਕ ਹੈ। ਉਹੀ ਨੀਚੇ ਦੱਸਿਆ ਹੋਇਆ ਕਿ ਅਗਰ ਹੀਟੀਰੋਸਿਸਟ ਫਾਰਮ ਦੇ ਵਿੱਚ ਹੈਗੇ ਆ, ਹੈ ਨਾ, ਅਗਰ ਹੀਟੀਰੋਸਿਸਟ ਬਣਾਉਂਦੇ ਹੈਗੇ ਆ, ਮਤਲਬ ਇਸ ਤਰੀਕੇ ਨਾਲ ਇਹ ਵਾਲੇ ਪਾਰਟ ਇਸ ਤਰੀਕੇ ਨਾਲ ਇਹ ਅਟੈਚ ਹੁੰਦੇ ਆ, ਔਰ ਇੱਥੇ ਇੱਕ ਡਿਫਰੈਂਟ ਟਾਈਪ ਦਾ ਬਣਿਆ ਹੁੰਦਾ ਹੈਗਾ ਆ। ਜਿਹੜੇ ਬੈਕਟੀਰੀਆ ਹੈਗੇ ਆ, ਅਗਰ ਨੋਸਟੋਕ ਦੀ ਅਗਰ ਆਪਾਂ ਗੱਲ ਕਰੀਏ ਨਾ, ਇਹਦੇ ਆਸ-ਪਾਸ ਇੱਦਾਂ ਲੇਅਰ ਬਣੀ ਹੁੰਦੀ ਆ, ਔਰ ਜਿਹੜੇ ਆਕਸੀਜਨ ਰਿਲੀਜ਼ ਕਰਨ ਵਾਲਾ ਪਾਰਟ ਹੁੰਦਾ ਉਹ ਅਲੱਗ ਹੈਗਾ ਆ, ਠੀਕ ਹੈ। ਔਰ ਫੋਟੋਸਿੰਥੇਸਿਸ ਕਰਨ ਵਾਲਾ ਪਾਰਟ ਅਲੱਗ ਹੈਗਾ। ਔਰ ਈਵਨ ਇਹ ਜਿਹੜਾ ਪਾਰਟ ਹੁੰਦਾ ਸਭ ਤੋਂ ਡਿਫਰੈਂਟ, ਕੁਛ ਪਾਰਟ ਜਿਹੜਾ ਨਾ ਉਹ ਡਿਫਰੈਂਟ ਹੁੰਦਾ। ਮੰਨ ਲਓ ਇਹ ਵੀ ਆਪਾਂ ਡਿਫਰੈਂਟ ਬਣਾ ਦਿੰਦੇ, ਇਹ ਵੀ ਆਪਾਂ ਡਿਫਰੈਂਟ ਬਣਾ ਦਿੰਦੇ ਹਾਂ, ਠੀਕ ਹੈ। ਹੁਣ ਇਹ ਜਿਹੜੇ ਪਾਰਟ ਹੈਗੇ ਇਹ ਹੀਟੀਰੋਸਿਸਟ ਹੈਗੇ ਆ, ਬਾਕੀ ਤਾਂ ਵਾਲੇ ਜਿਹੜੇ ਆ ਇਹ ਫੋਟੋਸਿੰਥੇਸਿਸ ਕਾਜ਼ ਕਰਕੇ ਫੂਡ ਬਣਾਉਣ ਵਾਲੇ, ਆਕਸੀਜਨ ਰਿਲੀਜ਼ ਕਰਨ ਵਾਲੇ। ਬਟ ਜਿਹੜੇ ਇਹ ਡਿਫਰੈਂਟ ਸੈੱਲ ਹੁੰਦੇ ਹੈਗੇ ਆ ਨਾ, ਇਹਨਾਂ ਦੇ ਵਿੱਚ ਆਕਸੀਜਨ ਨੂੰ ਲੈ ਕੇ ਬਹੁਤ ਸੈਂਸਿਟਿਵ ਹੁੰਦੇ। ਇਹ ਆਕਸੀਜਨ ਦੀ ਐਬਸੈਂਸ ਦੇ ਵਿੱਚ ਕੰਮ ਕਰਦੇ ਆ। ਜਿਹੜੀ ਆਕਸੀਜਨ ਉਹ ਸਿਰਫ ਇਹਨਾਂ ਦੇ ਵਿੱਚ ਰਹਿੰਦੀ ਆ, ਇਸ ਪਾਰਟ ਦੇ ਵਿੱਚ ਜਾਂ ਇਸ ਪਾਰਟ ਦੇ ਵਿੱਚ ਨਹੀਂ ਜਾਂਦੀ ਹੈਗੀ, ਠੀਕ ਹੈ। ਕਿਉਂਕਿ ਆਕਸੀਜਨ ਨੂੰ ਲੈ ਕੇ ਬਹੁਤ ਸੈਂਸਿਟਿਵ ਹੁੰਦੇ ਆ। ਨਾਈਟ੍ਰੋਜਨ ਨੂੰ ਫਿਕਸ ਕਰਨ ਦਾ ਕੰਮ ਇਹਨਾਂ ਦਾ ਹੁੰਦਾ ਹੈਗਾ ਆ, ਠੀਕ ਹੈ। ਸੋ ਇਹਨਾਂ ਨੂੰ ਆਕਸੀਜਨ ਤੋਂ ਬਿਨਾਂ ਹੀ ਕੰਮ ਕਰਨਾ ਪੈਂਦਾ ਆ, ਇਸ ਕਰਕੇ ਆਕਸੀਜਨ ਇਹਨਾਂ ਤੋਂ ਅਲੱਗ ਹੀ ਰਹਿੰਦੀ ਹੈਗੀ ਆ ਸੈਲਸ ਦੇ ਵਿੱਚ, ਠੀਕ ਹੈ। ਸੋ ਇਹ ਕੀ ਕਰਦੇ ਹੈਗੇ ਆ, ਨਾਈਟ੍ਰੋਜਨ ਫਿਕਸੇਸ਼ਨ ਕਰਦੇ ਆ। ਇਹਨਾਂ 'ਚ ਐਨਜ਼ਾਈਮਸ ਜਿਹੜੇ ਐਨਾਬੀਨਾ ਨੋਸਟੋਕ ਨੂੰ ਇਹਨਾਂ ਦਾ ਫੰਕਸ਼ਨ ਕਰਦੇ ਆ। ਨੈਕਸਟ ਆਰਕੀ ਬੈਕਟੀਰੀਆ ਜਿਹੜੇ ਹੁੰਦੇ ਹੈਗੇ ਆ, ਆਰਕੀ ਬੈਕਟੀਰੀਆ ਦੇ ਬੜੇ ਅਲੱਗ ਫੀਚਰਸ ਹੁੰਦੇ ਹੈਗੇ। ਯੂਕੈਰੀਓਟਸ ਦੇ ਵਿੱਚ ਵੀ ਇਹ ਕੁਛ ਆਉਂਦੇ ਹੈਗੇ ਆ। ਔਰ ਜਿਹੜੇ ਆਰਕੀ ਬੈਕਟੀਰੀਆ ਹੁੰਦੇ ਐਕਸਟ੍ਰੀਮ ਕੰਡੀਸ਼ਨ 'ਚ ਵੀ ਰਹਿ ਲੈਂਦੇ ਹੈਗੇ, ਮਤਲਬ ਜਿਹੜੀਆਂ ਕੰਡੀਸ਼ਨਸ ਇਹਨਾਂ ਦੇ ਲਈ ਫੇਵਰੇਬਲ ਨਹੀਂ ਹੈਗੀਆਂ, ਇਹਨਾਂ ਦੇ ਲਈ ਹਾਰਮਫੁਲ ਆ, ਇਹ ਉਹਨਾਂ ਕੰਡੀਸ਼ਨ ਦੇ ਵਿੱਚ ਵੀ ਸਰਵਾਈਵ ਕਰ ਜਾਂਦੇ ਹੈਗੇ ਆ, ਠੀਕ ਹੈ। ਹੁਣ ਜਿੱਦਾਂ ਬੈਕਟੀਰੀਆ ਦੀ ਨਾ ਇੱਕ ਮਤਲਬ ਉਹ ਹੁੰਦੀ ਹੈਗੀ ਆ, ਆਪਟੀਮਮ ਟੈਂਪਰੇਚਰ ਹੁੰਦਾ ਜਿਹਦੇ ਵਿੱਚ ਕਿ ਇਹ ਗਰੋ ਕਰਦੇ ਹੈਗੇ ਆ ਜਾਂ ਇਹ ਸਰਵਾਈਵ ਕਰ ਸਕਦੇ ਹੈਗੇ ਆ। ਬਟ ਅਗਰ ਕੁਝ ਬੈਕਟੀਰੀਆ ਇੱਦਾਂ ਦੇ ਹੁੰਦੇ ਜਿਹੜੇ ਆਪਣੀ ਆਪਟੀਮਮ ਟੈਂਪਰੇਚਰ ਕਿੰਨਾ ਹੁੰਦਾ, 35 to 40 ਡਿਗਰੀ ਸੈਲਸੀਅਸ ਦਾ ਹੁੰਦਾ ਨਾ, ਅਗਰ ਇੰਨਾ ਟੈਂਪਰੇਚਰ ਇਹ ਤੋਂ ਵੱਧ ਵੀ ਜਾਏ ਤਾਂ ਵੀ ਉਹ ਸਰਵਾਈਵ ਕਰ ਲੈਂਦੇ। ਅਦਰਵਾਈਜ਼ ਇੰਨੇ ਟੈਂਪਰੇਚਰ ਹੀ ਇਹਨਾਂ ਦਾ ਆਪਟੀਮਮ ਟੈਂਪਰੇਚਰ ਹੁੰਦਾ। ਘੱਟ ਗਿਆ ਤਾਂ ਇਨਐਕਟਿਵ ਹੋ ਜਾਣਗੇ, ਵੱਧ ਜਾਏਗਾ ਟੈਂਪਰੇਚਰ ਬੈਕਟੀਰੀਆ ਦਾ ਇਸ ਤੋਂ ਜ਼ਿਆਦਾ ਤੇ ਉਹ ਮਤਲਬ ਡੀਨੈਚੁਰੇਟ ਹੋ ਜਾਂਦੇ, ਖਰਾਬ ਹੋ ਜਾਂਦੇ, ਟੁੱਟ ਜਾਂਦੇ ਆ, ਠੀਕ ਹੈ। ਇੱਕ ਤਰੀਕੇ ਨਾਲ ਆਪਾਂ ਕਹਿ ਸਕਦੇ ਹੈਗੇ ਆ। ਸੋ ਐਕਸਟ੍ਰੀਮ ਕੰਡੀਸ਼ਨ 'ਚ ਵੀ ਕੁਛ ਬੈਕਟੀਰੀਆ ਸਰਵਾਈਵ ਕਰ ਜਾਂਦੇ, ਜਿਹੜੇ ਯੂ ਬੈਕਟੀਰੀਆ ਕੈਟਾਗਰੀ 'ਚ ਆਉਂਦੇ, ਜਿੱਦਾਂ ਕਿ ਐਕਸਟ੍ਰੀਮੋਫਿਲਸ ਦਾ ਮਤਲਬ ਸੋਲਟੀ ਇਨਵਾਇਰਮੈਂਟ 'ਚ ਜਿਹੜੇ ਰਹਿ ਲੈਂਦੇ, ਸਲਾਈਨ ਵਾਟਰ ਦੇ ਵਿੱਚ ਵੀ ਸਰਵਾਈਵ ਕਰ ਜਾਂਦੇ ਆ। ਥਰਮੋ ਐਸਿਡੋਫਿਲਸ ਜਿਹੜੇ ਕਿ ਹੀਟ ਬਹੁਤ ਜ਼ਿਆਦਾ ਹੁੰਦੀ ਆ ਜਿੱਥੇ, ਉੱਥੇ ਵੀ ਸਰਵਾਈਵ ਕਰ ਜਾਂਦੇ ਹੈਗੇ ਆ। ਐਸਿਡਿਕ ਇਨਵਾਇਰਮੈਂਟ 'ਚ ਸਰਵਾਈਵ ਕਰ ਜਾਂਦੇ ਹੈਗੇ ਆ, ਠੀਕ ਹੈ। ਉਹਨੂੰ ਅਸੀਂ ਥਰਮੋਫਿਲਸ ਬੋਲਦੇ, ਜਿੱਦਾਂ ਕਿ ਮਿਥੈਨੋਜਨਸ ਹੋ ਗਏ। ਹੁਣ ਕਾਊ ਜਾਂ ਕੈਟਲ ਜਿਹੜੇ ਹੁੰਦੇ ਹੈਗੇ ਆ, ਰਿਊਮੀਨੈਂਟ ਐਨੀਮਲਸ ਜਿਹੜੇ ਹੁੰਦੇ ਆ, ਉਹਨਾਂ ਦੇ ਰਿਊਮੀਨੈਂਟ ਪਾਰਟ ਜਿਹੜਾ ਹੁੰਦਾ ਆ ਉਹਦੇ ਵਿੱਚ ਮਿਥੈਨੋਜਨਸ ਬੈਕਟੀਰੀਆ ਆ ਜਿਹੜੇ ਪ੍ਰੈਜ਼ੈਂਟ ਹੁੰਦੇ ਆ, ਬਾਇਓਗੈਸ ਮੀਥੇਨ ਗੈਸ ਬਣਾਉਣ 'ਚ ਹੈਲਪ ਕਰਦੇ ਆ। ਉੱਥੇ ਐਸਿਡਿਕ ਮਟੀਰੀਅਲ ਹੁੰਦਾ, ਐਸਿਡਿਕ ਇਨਵਾਇਰਮੈਂਟ ਹੁੰਦਾ ਹੈ, ਉਹਦੇ ਵਿੱਚ ਵੀ ਇਹ ਸਰਵਾਈਵ ਕਰ ਜਾਂਦੇ ਹੈਗੇ ਆ, ਠੀਕ ਹੈ। ਸੋ ਈਵਨ ਇਹ ਕੈਟਲ ਦੇ ਗਟ 'ਚ ਕੀ ਕਰਦੇ, ਸੈਲੂਲੋਜ਼ ਨੂੰ ਡਾਈਜੈਸਟ ਕਰਨ ਦਾ ਮਿਥੇਨ ਬਣਾਉਣ ਦਾ ਕੰਮ ਕਰਦੇ ਆ।
ਨੈਕਸਟ ਹੈ ਮਾਈਕੋਪਲਾਜ਼ਮਾ। ਮਾਈਕੋਪਲਾਜ਼ਮਾ ਹੁਣ ਉਹ ਬੈਕਟੀਰੀਆ ਹੁੰਦੇ ਆ ਜਿਨ੍ਹਾਂ ਦੇ ਆਸ-ਪਾਸ ਸੈੱਲ ਵਾਲ ਹੀ ਨਹੀਂ ਹੁੰਦੀ। ਹੁਣ ਜਿਹੜਾ ਵੀ ਬੈਕਟੀਰੀਅਲ ਸੈੱਲ ਹੋਏਗਾ ਉਹਦੀ ਸੈੱਲ ਵਾਲ ਜ਼ਰੂਰ ਹੋਏਗੀ, ਪਲਾਜ਼ਮਾ ਮੈਮਬ੍ਰੇਨ ਦੇ ਬਾਹਰ ਸੈੱਲ ਵਾਲ ਹੁੰਦੀ ਆ, ਬਟ ਕੁਛ ਬੈਕਟੀਰੀਆ ਇੱਦਾਂ ਦੇ ਹੁੰਦੇ ਜਿਨ੍ਹਾਂ ਦੇ ਸੈੱਲ ਵਾਲ ਹੁੰਦੀ ਨਹੀਂ ਆ। ਜਿਨ੍ਹਾਂ ਦੀ ਸੈੱਲ ਵਾਲ ਨਾ ਹੋਵੇ ਉਹਨਾਂ ਨੂੰ ਅਸੀਂ ਮਾਈਕੋਪਲਾਜ਼ਮਾ ਕਹਿ ਦਿੰਦੇ ਹਾਂ। ਸਿਰਫ ਇਹੀ ਬੈਕਟੀਰੀਆ ਹੁੰਦੇ ਆ ਜਿਨ੍ਹਾਂ ਦੇ ਸੈੱਲ ਵਾਲ ਨਹੀਂ ਹੁੰਦੀ ਹੈਗੀ। ਹੁਣ ਮਾਈਕੋਪਲਾਜ਼ਮਾ ਜਿਹੜੀ ਹੈਗੀ ਨਾ, ਬਾਕੀ ਸਾਰਾ ਕੁਛ ਤਾਂ ਹੈਗਾ ਜਿੱਦਾਂ ਬਾਕੀ ਦੇ ਬੈਕਟੀਰੀਅਲ ਸੈੱਲਸ ਹੁੰਦਾ, ਸਿਰਫ ਸੈੱਲ ਵਾਲ ਦੀ ਹੀ ਕਮੀ ਹੁੰਦੀ ਆ। ਹੁਣ ਜਿਹੜਾ PPLO ਬੈਕਟੀਰੀਆ ਹੁੰਦਾ ਜਿਹਨੂੰ ਪਲਿਊਰੋਨੀਮੋਨੀਆ ਲਾਈਕ ਆਰਗੇਨਿਜ਼ਮਸ ਕਹਿੰਦੇ ਹੈਗੇ ਆ, ਉਹ ਇਸੇ ਕੈਟਾਗਰੀ ਦੇ ਅੰਡਰ ਆਉਂਦਾ ਆ। ਸਭ ਤੋਂ ਛੋਟਾ ਸੈੱਲ ਮੰਨਿਆ ਜਾਂਦਾ, ਬਟ ਡਿਸੀਜ਼ ਕੌਜ਼ਿੰਗ ਆ ਇਹ, ਬਿਮਾਰੀਆਂ ਫੈਲਾਉਂਦਾ, ਜਿੱਦਾਂ ਕਿ ਨਿਮੋਨੀਆ ਬਿਮਾਰੀ ਇਹਦੇ ਕਰਕੇ ਹੁੰਦੀ ਹੈਗੀ ਆ। ਠੀਕ ਹੈ, ਉਸ ਤੋਂ ਅੱਗੇ ਹੈ ਕਿ ਇਹ ਐਰੋਬਿਕ ਹੁੰਦੇ ਆ, ਆਕਸੀਜਨ ਦੀ ਪ੍ਰੈਜ਼ੈਂਸ ਦੇ ਵਿੱਚ ਹੀ ਕੰਮ ਕਰਦੇ ਹੈਗੇ ਆ। ਠੀਕ ਹੈ, ਬਟ ਅਗਰ ਆਕਸੀਜਨ ਨਹੀਂ ਹੁੰਦੀ ਤਾਂ ਵੀ ਕੁਛ ਹੱਦ ਤੱਕ ਕੰਮ ਕਰ ਲੈਂਦੇ। ਸੋ ਇਹ ਕਿਹੜੇ ਹੋ ਗਏ? ਫੈਕਲਟੇਟਿਵ ਹੋ ਗਏ। ਠੀਕ ਹੈ, ਫੈਕਲਟੇਟਿਵ ਏਰੋਬਸ ਹੋ ਗਏ ਇਹ। ਨੈਕਸਟ ਇਹਦੀ ਡਾਇਗਰਾਮ ਹੈ, ਇੱਕ ਵਾਰ ਡਾਇਗਰਾਮ ਤੋਂ ਦੇਖ ਲੈਂਦੇ ਹਾਂ। ਇਹ ਵਾਲਾ ਹੈ ਯੂ ਬੈਕਟੀਰੀਆ ऑर्गेनिज्म। यू बैक्टीरिया सेल है। ठीक है, कैप्सूल प्रेजेंट है, सेल वॉल प्रेजेंट है, प्लाज्मा मैमब्रेन प्रेजेंट है, प्लाज्मिड बने हुए है, फ्लैजिला बना हुआ, राइबोसोम्स प्रेजेंट है, न्यूक्लियोइड DNA साइटोप्लाज्म हैगा आ। ठीक है, पिलस पार्ट प्रेजेंट आ, पिलस जिहड़ा रिप्रोडक्शन हैल्प करदा कॉन्जुगेशन दे लई। उस तो अगे है आर्की बैक्टीरिया। ये आर्की बैक्टीरिया का स्ट्रक्चर हैगा आ। ठीक है, आर्की बैक्टीरिया तो अगे ये वाला जोड़ा हैगा आ, ये अपने कोल माइकोप्लाज्म का पार्ट आ। लिपोप्रोटीन मैमब्रेन प्रेजेंट हैगी आ, इहदे विच लिपोप्रोटीन की लेयर हैगी आ, सोल्यूबल प्रोटीन प्रेजेंट आ, राइबोसोम आ, DNA आ और सोल्यूबल RNA प्रेजेंट आ, बस सैल वॉल ही नहीं हैगी। सो ये अपना इत्थे तक मोनेरा जोड़ा आ टॉपिक कंप्लीट हुंदा आ। बाकी करदे नैक्सट वीडियो दे विच। थैंक यू।